ਭਾਈ ਸਾਹਿਬ ਮੇਰੇ ਖਿਆਲ ਦੇ ਨਾਲ ਜਦੋਂ ਵੀ ਅਸੀਂ ਕੋਈ ਮਿਸ਼ਨ ਲੈ ਕੇ ਤੁਰਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਮਿਸ਼ਨ ਦੇ ਪ੍ਰਤੀ ਇੱਕ ਨਿਸ਼ਾਨਾ ਮਿੱਥਣਾ ਪੈਂਦਾ ਤੇ ਉਸ ਨਿਸ਼ਾਨੇ ਮਿੱਥਣ ਤੋਂ ਪਹਿਲਾਂ ਜਿਹੜੀ ਅਵਸਥਾ ਤੁਹਾਡੀ ਉਸ ਨਿਸ਼ਾਨੇ ਮਿੱਥਣ ਨੂੰ ਮਜਬੂਰ ਕਰਦੀ ਹੈ ਉਹ ਹੁੰਦੇ ਨੇ ਤੁਹਾਡੇ ਉਸ ਵੇਲੇ ਦੇ ਹਾਲਾਤ। ਸੋ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਮੇਰਾ ਜਿਹੜਾ ਨਿਸ਼ਾਨਾ ਸੀ ਉਹ ਇਤਿਹਾਸਕ ਸਰੋਤਾਂ ਦੀ ਸੰਭਾਲ ਤੇ ਇਤਿਹਾਸਕ ਸਰੋਤਾਂ ਦੇ ਵਿੱਚ ਹੋ ਰਹੇ ਮਲਗੋਬੇ ਨੂੰ ਜਾਂ ਮਿਲਾਵਟ ਨੂੰ ਗੁਰਮਤਿ ਵਿਚਾਰਧਾਰਾ ਦੇ ਅਧੀਨ ਨਿਖੇੜ ਕੇ ਸੰਗਤ ਦੀ ਝੋਲੀ ਤੱਕ ਲੈ ਕੇ ਜਾਣਾ ਸੀ। ਇਹਦੀ ਜਿਹੜੀ ਆਰੰਭਤਾ ਹੈ ਉਹ ਤਾਂ ਸ਼ਾਇਦ ਇੱਕ ਬੜੀ ਛੋਟੀ ਜਿਹੀ ਘਟਨਾ ਤੋਂ ਹੋਈ, ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਇਸ ਤਰ੍ਹਾਂ ਹੋਇਆ ਕਿ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਘਟਨਾ ਵਾਪਰੀ। ਹਾਂਜੀ। ਤਾਂ ਉੱਥੇ ਮੈਨੂੰ ਜਾਣਾ ਪਿਆ ਤੇ ਜਦੋਂ ਇਹ ਕੋਈ 1995 ਦੀ ਗੱਲ ਹੈ। ਜਦੋਂ ਉਸ ਤੋਂ ਬਾਅਦ ਅਸੀਂ ਥੱਲੇ ਆਏ ਆ ਤਾਂ ਉਹਨਾਂ ਸਮਿਆਂ ਦੇ ਵਿੱਚ ਕੋਈ ਮੋਬਾਈਲ ਫੋਨ ਵਗੈਰਾ ਇੰਨੇ ਨਹੀਂ ਸੀ ਇੰਡੀਆ ਦੇ ਵਿੱਚ। ਤਾਂ ਉਹਨਾਂ ਦਿਨਾਂ 'ਚ PCO ਬਹੁਤ ਖੁੱਲ੍ਹੇ ਹੁੰਦੇ ਸੀ। ਤੇ ਇੱਕ PCO ਦੇ ਉੱਪਰ ਮੈਂ ਫੋਨ ਕਰਨ ਵਾਸਤੇ ਜਦੋਂ ਅੰਦਰ ਗਿਆ ਤਾਂ ਮੇਰੇ ਸਾਹਮਣੇ ਇੱਕ ਤਸਵੀਰ ਲੱਗੀ ਸੀ ਉਸ PCO ਦੇ ਵਿੱਚ। ਉਸ ਤਸਵੀਰ ਦੇ ਵਿੱਚ ਸ਼ਾਇਦ ਮੈਂ ਉਸ ਸ਼ਖਸੀਅਤ ਨੂੰ ਉਸ ਰੂਪ 'ਚ ਪਹਿਲੀ ਵਾਰੀ ਵੇਖਿਆ ਸੀ। ਜਦੋਂ ਮੈਂ ਇੱਕਦਮ ਵੇਖਿਆ ਤਾਂ ਮੈਨੂੰ ਇੰਝ ਲੱਗਾ ਜਿਵੇਂ ਕਿਸੇ ਰਾਜਪੂਤ ਮਰਾਠੇ ਦਾ ਜਾਂ ਕਿਸੇ ਦਾ ਕੋਈ ਚਿੱਤਰ ਹੁੰਦਾ, ਕੋਈ ਰਾਜਪੂਤ ਹੋ ਸਕਦਾ, ਕੋਈ ਮਰਾਠਾ ਹੋ ਸਕਦਾ, ਜਾਂ ਕਿਸੇ ਹੋਰ ਖਾਨਦਾਨ ਦਾ ਕੋਈ ਜੁਝਾਰੂ ਹੋ ਸਕਦਾ, ਜਿਹਦੀ ਦਾੜੀ ਕੱਟੀ ਹੋਈ ਸੀ, ਸਿਰ ਤੇ ਟੋਪੀ ਸੀ, ਟੋਪੀ ਤੇ ਤ੍ਰਿਸ਼ੂਲ ਦਾ ਨਿਸ਼ਾਨ ਸੀ, ਛਾਤੀ ਦੇ ਉੱਪਰ ਸੰਜੋਗ ਪਹਿਨੀ ਸੀ, ਸੰਜੋਗ ਦੇ ਉੱਪਰ ਜਿਹੜਾ ਸੀ ਉਹ ਓਮ ਦਾ ਨਿਸ਼ਾਨ ਸੀ, ਹੱਥ ਦੇ ਵਿੱਚ ਜਿਸ ਤਰ੍ਹਾਂ ਭਗਵਾ ਚੱਡਾ ਸ਼ਿਵ ਸੈਨਾ ਦਾ ਹੁੰਦਾ ਉਹ ਫੜਿਆ ਹੋਇਆ ਸੀ। ਪਰ ਥੱਲੇ ਜਿਹੜੀ ਇਬਾਰਤ ਲਿਖੀ ਸੀ ਉਸ ਨੇ ਮੈਨੂੰ ਸ਼ਾਇਦ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਸੋਚਣ ਲਈ ਮਜਬੂਰ ਕੀਤਾ। ਥੱਲੇ ਪਰਮਾਨੰਦ ਬੈਰਾਗੀ ਦੀ ਬੰਦਾ ਬੈਰਾਗੀ ਕਿਤਾਬ ਦੀ ਇੱਕ ਲਾਈਨ ਸੀ ਜਿਹੜੀ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਕਿਤਾਬ ਦੇ ਵਿੱਚੋਂ, ਉਦੋਂ ਤੱਕ ਪਤਾ ਨਹੀਂ ਸੀ। ਉਹ 'ਚ ਲਿਖਿਆ ਸੀ ਕਿ ਇਹ ਉਹ ਯੋਧਾ ਵੀਰ ਬੈਰਾਗੀ ਹੈ ਜਿਸ ਨੇ ਸਿੱਖਾਂ ਦੇ ਨਿਰਾਸ਼ ਹੋ ਚੁੱਕੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਬਦਲਾ ਲਿਆ। ਇਹ ਕਹਿ ਸਕਦੇ ਹੋ ਕਿ ਇਹ ਉਹ ਹਾਲਾਤ ਸੀ ਜਿਨ੍ਹਾਂ ਨੇ ਮੈਨੂੰ ਨਿਸ਼ਾਨਾ ਮਿਥਣ ਦੇ ਵਾਸਤੇ ਮਜਬੂਰ ਕੀਤਾ ਕਿ ਜੇਕਰ ਅਸੀਂ ਆਪਣੇ ਵਿਰਸੇ ਨੂੰ, ਇਤਿਹਾਸ ਨੂੰ, ਵਿਚਾਰਧਾਰਾ ਨੂੰ ਗੁਰਮਤਿ ਜੀਵਨ ਜਾਂਚ ਦੇ ਅਨੁਕੂਲ ਨਾ ਸੰਭਾਲਿਆ ਤਾਂ ਸਾਡਾ ਜਿਹੜਾ ਇਤਿਹਾਸ ਆ ਉਹ ਵਿਜ਼ੂਅਲ ਦੇ ਵਿੱਚ, ਚਿੱਤਰਾਂ ਦੇ ਰੂਪ ਦੇ ਵਿੱਚ, ਲਿਖਤ ਦੇ ਰੂਪ ਦੇ ਵਿੱਚ, ਬੋਲਣ ਦੇ ਰੂਪ ਦੇ ਵਿੱਚ ਤੇ ਜਿਸ ਤਰ੍ਹਾਂ ਵਿਦਿਅਕ ਸੰਸਥਾਵਾਂ 'ਚ ਪੜ੍ਹਾਇਆ ਜਾ ਰਿਹਾ ਉਸ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਵਿਗਾੜਿਆ ਜਾ ਰਿਹਾ। ਸੋ ਇਹ ਸੀਗਾ ਜਿਹੜੀ ਨਿਸ਼ਾਨਾ ਮਿਥਣ ਦੀ ਗੱਲ। ਨਿਸ਼ਾਨਾ ਮਿਥਣ ਦੇ ਰਾਹ ਤੇ ਤੁਰਨ ਦੀ ਜਿਹੜੀ ਗੱਲ ਤੁਸੀਂ ਕਹੀ ਹੈ ਮੁਸ਼ਕਲਾਂ, ਤਾਂ ਮੇਰੇ ਖਿਆਲ ਦੇ ਨਾਲ ਜਦੋਂ ਤੁਸੀਂ ਇਵੇਂ ਦੇ ਮਕਸਦਾਂ ਦੇ ਵਾਸਤੇ ਆਪਣੀ ਸੁਰਤ ਨੂੰ ਕੇਂਦਰਿਤ ਕਰਕੇ ਇੱਕ ਨਿਸ਼ਾਨਾ ਮਿਥਦੇ ਹੋ ਤਾਂ ਮੁਸ਼ਕਲਾਂ ਦੇ ਵਾਸਤੇ ਤੁਹਾਨੂੰ ਤਿਆਰ ਵੀ ਰਹਿਣਾ ਪਵੇਗਾ ਤੇ ਮੁਸ਼ਕਲਾਂ ਨੂੰ ਮੁਸ਼ਕਲਾਂ ਸਮਝਣਾ ਵੀ ਨਹੀਂ ਚਾਹੀਦਾ। ਮਿਸਾਲ ਦੇ ਤੌਰ ਤੇ ਤੁਹਾਡਾ ਇੱਕ ਪ੍ਰੋਗਰਾਮ ਹੈ ਨਾ ਜਿਹੜਾ ਇਹ ਤੂੰ ਹੀ ਤੂੰ, ਤਾਂ ਮੈਨੂੰ ਇਹਦੇ 'ਚੋਂ ਇੱਕ ਸਿੱਖਿਆ ਜਿਸ ਤਰ੍ਹਾਂ ਮੈਂ ਸਟੂਡੀਓ ਦੇ ਵਿੱਚ ਆਇਆ ਹੀ ਇੱਥੇ ਤੁਹਾਡੇ ਪੈਰਿਸ ਦੇ ਸਟੂਡੀਓ ਦੇ ਵਿੱਚ, ਤੁਸੀਂ ਉਸ ਸਮੇਂ ਹਾਜ਼ਰ ਨਹੀਂ ਸੀ, ਤਾਂ ਮੈਂ ਵੀਰ ਜੀ ਦੇ ਕੋਲੋਂ ਜਦੋਂ ਇਹਦੀ ਜਿਹੜਾ ਟਾਈਟਲ ਸੀਗਾ ਉਹ ਵੇਖਿਆ ਤਾਂ ਮੈਨੂੰ ਇੰਝ ਲੱਗਿਆ ਸੀਗਾ ਕਿ ਇਹ ਹੱਲ ਹੈ। ਮੁਸ਼ਕਲਾਂ ਤਾਂ ਬਹੁਤ ਨੇ ਕਿਉਂਕਿ ਜਦੋਂ ਅਧਿਆਤਮਕਵਾਦ ਦੇ ਵਿੱਚ ਅਸੀਂ ਸੰਸਾਰ ਦੀ ਮੁਸ਼ਕਲ ਵੇਖਦੇ ਹਾਂ ਨਾ ਤਾਂ ਉਹ ਸਾਰੇ ਹੀ ਮਨੁੱਖਤਾ ਦੇ ਵਿੱਚ ਮੁਸ਼ਕਲ ਤੂੰ ਹੈ ਕਿ ਮਨੁੱਖ ਦੀ ਜਿਹੜੀ ਮੈਂ ਹੈ ਨਾ ਉਹ ਤੂੰ ਦੇ ਵਿੱਚ ਅਭੇਦ ਨਹੀਂ ਹੋ ਰਹੀ। ਜਿੱਥੇ ਮੈਂ ਹੈ ਉੱਥੇ ਸਮੱਸਿਆਵਾਂ ਹੀ ਨੇ ਤੇ ਜਿੱਥੇ ਤੁਸੀਂ ਕਿਸੇ ਵੀ ਕਾਰਜ ਨੂੰ ਆਪਣਾ ਨਿਸ਼ਾਨਾ ਮਿਥਦੇ ਸਮੇਂ ਤੂੰ ਤੇ ਟੇਕ ਲਾ ਲੈਂਦੇ ਹੋ ਤੇ ਮੇਰੇ ਖਿਆਲ ਨਾਲ ਸਮੱਸਿਆਵਾਂ ਨਹੀਂ ਲੱਗਦੀਆਂ। ਡਾਕਟਰ ਸਾਹਿਬ, ਜਿੱਥੇ ਤੱਕ ਮੈਂ ਸੋਚਿਆ ਕਿ ਜਿਹੜਾ ਇਹ ਪ੍ਰੋਗਰਾਮ ਅਸੀਂ ਤੂੰ ਹੀ ਤੂੰ ਸ਼ੁਰੂ ਕੀਤਾ, ਸਿਰਫ ਸਾਰੀ ਦੁਨੀਆ ਦੇ ਵਿੱਚ ਬਚਪਨ ਤੋਂ ਲੈ ਕੇ ਅਖੀਰ ਤੱਕ ਮੈਂ ਔਰ ਤੂੰ ਦੇ ਚੱਕਰ ਦੇ ਵਿੱਚ ਹੀ ਅਸੀਂ ਸਾਰਾ ਜੀਵਨ ਜਿਹੜਾ ਬਤੀਤ ਕਰਦੇ ਹਾਂ। ਕੋਈ ਉਸ ਮੈਂ ਦੇ ਤੂੰ ਦੇ ਚੱਕਰ ਦੇ ਵਿੱਚ ਸਾਰੇ ਜੀਵਨ ਦੇ ਵਿੱਚ 5 ਸਾਲਾਂ ਬਾਅਦ ਮੈਂ ਤੋਂ ਤੂੰ ਹੋ ਜਾਂਦਾ, ਕੋਈ ਕਿਸੇ ਨੂੰ 10 ਸਾਲ ਲੱਗਦੇ ਮੈਂ ਤੋਂ ਤੂੰ ਹੁੰਦਿਆਂ, ਕਿਸੇ ਨੂੰ 50 ਸਾਲ ਲੱਗਦੇ ਤੇ ਕੋਈ ਸਾਰੀ ਉਮਰ ਹੀ ਮੈਂ ਹੀ ਰਹਿ ਇਹ ਸਫ਼ਰ ਜਿਹੜਾ ਤੈਅ ਨਹੀਂ ਕਰ ਸਕਦਾ। ਤੇ ਜਿਹੜਾ ਸਫ਼ਰ ਹੈ ਉਹ ਸਾਡੇ ਅੰਦਰ ਹੀ ਆ। ਇਹ ਲਈ ਕਿ ਉਹ ਬਾਹਰ ਦਾ ਸਫ਼ਰ ਹੈ, ਉਹਦੇ ਲਈ ਜਹਾਜ਼ ਲੈਣਾ ਪੈਣਾ, ਟਿਕਟ ਲੈਣੀ ਪੈਣੀ, ਵੀਜ਼ਾ ਲੈਣਾ ਪੈਣਾ, ਉਹ ਨਹੀਂ ਜਾਏਗਾ। ਉਹ ਸਾਡੇ ਸਫ਼ਰ ਜਿਹੜਾ ਸਾਡੇ ਅੰਦਰ ਹੀ ਆ। ਪਰ ਸਾਡੇ ਅੰਦਰ ਹੀ ਉਹ ਜਿਹੜਾ ਸਫ਼ਰ ਆ ਮੈਂ ਤੇ ਤੂੰ ਦਾ, ਉਹ ਸਫ਼ਰ ਕਈ ਵਾਰ ਸਾਡਾ ਸਾਰਾ ਜੀਵਨ ਲੈ ਜਾਂਦਾ, ਉਹ ਪੂਰਾ ਨਹੀਂ ਹੁੰਦਾ। ਤੇ ਇਸ ਕਰਕੇ ਇਸ ਸੋਚਣੀ ਦੇ ਤਹਿਤ ਅਸੀਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਕਿ ਹੋ ਸਕਦਾ ਕਿ ਅਸੀਂ ਲੋਕਾਂ ਨਾਲ ਵਿਚਾਰ ਕਰਦੇ, ਲੋਕਾਂ ਨਾਲ ਗੱਲਾਂ ਕਰਦੇ, ਤੁਹਾਡੇ ਵਰਗੇ ਵੀਰਾਂ ਨਾਲ ਗੱਲਾਂ ਕਰਦੇ, ਇੱਕ ਦਿਨ ਇਹ ਸਫ਼ਰ ਅਸੀਂ ਤੈਅ ਕਰ ਸਕੀਏ। ਕਿਉਂਕਿ ਮੰਜ਼ਿਲ ਇਹ ਹੈ ਮੇਰੇ ਖਿਆਲ ਨਾਲ, ਨਿਸ਼ਾਨਾ ਵੀ ਇਹੀ ਹੈ। ਕਿਉਂਕਿ ਧਾਰਮਿਕ ਜੀਵਨ ਜਗਤ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਨਾ ਤਾਂ ਸਾਨੂੰ ਜਿੱਥੇ ਇਹ ਨਿਸ਼ਾਨਾ ਦੇ ਦਿੱਤਾ ਗਿਆ ਤੂੰ ਦਾ, ਤੇ ਉਹਦੇ ਤੋਂ ਪਹਿਲਾਂ ਜੇਕਰ ਅਸੀਂ ਸੰਸਾਰ ਦੇ ਵਿੱਚ ਬੇਸ਼ੱਕ ਜਿਹੜਾ ਗੁਰੂ ਪਾਤਸ਼ਾਹ ਨੇ ਇੱਕ ਫੈਸਲਾ ਦੇ ਦਿੱਤਾ ਨਾ ਕਿ ਇੱਕੋ ਧਰਮ ਦ੍ਰਿੜ੍ਹ ਸੱਚ ਕੋਈ, ਜਿਹੜਾ ਧਰਮ ਤਾਂ ਇੱਕ ਹੀ ਰਹਿ ਸਕਦਾ ਹੈ ਸੰਸਾਰ ਦੇ ਵਿੱਚ, ਮਨੁੱਖਤਾ ਦਾ ਧਰਮ ਤਾਂ ਇੱਕ ਹੀ ਹੈ ਕਿ ਉਸ ਤੂੰ ਦੇ ਵਿੱਚ ਅਭੇਦ ਹੋ ਜਾਣਾ। ਪਰ ਜਦੋਂ ਤੁਸੀਂ ਧਾਰਮਿਕ ਸੰਸਾਰ ਦੇ ਇਤਿਹਾਸ ਦੇ ਵਿੱਚ ਵੇਖਦੇ ਆ ਤਾਂ ਕਿਤੇ ਨਾ ਕਿਤੇ ਇੱਕ ਪਾਸੇ ਮਾਨਸਿਕ ਸੁਰਤ ਜਿਹੜੀ ਹੈ ਨਾ ਉਹ
ਖਿੰਡਦੀ ਜ਼ਰੂਰ ਹੈ ਇਸ ਪਾਸੇ ਤੋਂ। ਉਹ ਇਸ ਕਰਕੇ ਖਿੰਡਦੀ ਹੈ ਕਿ ਕੋਈ ਆਪਣੇ ਆਪ ਨੂੰ ਮੈਂ ਪਰਮਾਤਮਾ ਦਾ ਪੁੱਤਰ ਖਵਾ ਰਿਹਾ, ਕੋਈ ਮੈਂ ਪਰਮਾਤਮਾ ਦਾ ਪੈਗੰਬਰ ਖਵਾ ਰਿਹਾ, ਕੋਈ ਕਹਿ ਰਿਹਾ ਕਿ ਮੈਂ ਜਗਤ ਦਾ ਕਾਰਨਹਾਰ ਹਾਂ, ਕੋਈ ਕਹਿ ਰਿਹਾ ਮੈਂ ਜਗਤ ਦਾ ਵਿਨਾਸ਼ ਕਰਤਾ ਹੈ। ਪਰ ਜਿੱਥੇ ਮੈਂ ਸ਼ਬਦ ਗੁਰਮਤ ਜੀਵਨ ਜਾਚ ਦੇ ਦਾਇਰੇ ਚ ਆਏ, ਤੇ ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਆਵੇ, ਚਾਹੇ ਉਹੀ ਗੁਰੂ ਨਾਨਕ ਸਾਹਿਬ ਦੇ 10ਵੇਂ ਜਾਮੇ ਤੇ ਜਦੋਂ ਜੋਤ ਵਿਚਰਦੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਪਾਤਸ਼ਾਹ ਮੈਂ ਗਰੀਬ, ਮੈਂ ਮਸਕੀਨ, ਮੈਂ ਦਾਸ, ਮੈਂ ਨੀਚ, ਮੈਂ ਮੁੱਲ ਖਰੀਬ, ਮੈਂ ਲਾਲਾ, ਮੈਂ ਗੋਲਾ, ਜਿੱਥੇ ਮੈਂ ਦੀ ਗੱਲ ਆ ਗਈ, ਉੱਥੇ ਇੰਨੀ ਜ਼ਿਆਦਾ ਨਿਰਵਾਣਤਾ ਹੈ ਕਿ ਉਹ ਜਿਹੜੀ ਮੈਂ ਤੂੰਤ ਚ ਭੇਦ ਹੋ ਜਾਂਦੀ ਹੈ। ਤੇ ਦਸਮ ਪਾਤਸ਼ਾਹ ਤਾਂ ਖੈਰ ਉਸ ਜਲਾਲ ਦਾ ਸਿਖਰ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਜਿੱਦਾਂ ਤੁਸੀਂ ਮੈਂ ਦੇ ਪਥਾਏ ਕਿੰਨਾ ਕੁਝ ਬੋਲਿਆ, ਮੈਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲੈਣਾ ਹੁੰਦਾ ਕਿ ਇਹ ਜਿਹੜੀਆਂ ਮੈਂ ਗਰੀਬ, ਮੈਂ ਮਸਕੀਨ, ਮੈਂ ਕਮਜ਼ੋਰ, ਮੈਂ ਮਾੜਾ, ਮੈਂ ਦਾਸ ਜਦੋਂ ਕਹਿੰਦੇ ਆ ਨਾ, ਤੇ ਜਿਹੜੀ ਸਾਡੀ ਮੈਂ ਹੈਗੀ ਆ, ਇਹ ਉਹਦੇ ਚਪੇੜਾਂ ਆ। ਬਿਲਕੁਲ। ਤੇ ਜਦੋਂ ਤੁਸੀਂ ਸ਼ੈਤਾਨ ਦੇ ਚਪੇੜਾਂ ਮਾਰੋਗੇ, ਕਿ ਸ਼ੈਤਾਨ ਕਦੀ ਵੀ ਹੱਥ ਜੋੜਿਆਂ ਕਾਬੂ ਨਹੀਂ ਆਉਂਦਾ। ਸ਼ੈਤਾਨ ਉਹਦਾ ਨਾਂ ਹੀ ਇਦਾਂ ਦਾ ਆ ਕਿ ਤੁਸੀਂ ਹੱਥ ਜੋੜੋਗੇ ਤਾਂ ਵਾਹਿਗੁਰੂ ਮੂਹਰੇ ਜੋੜੋ ਤੇ ਤੁਹਾਡੀ ਸੁਣੀ ਜਾ ਸਕਦੀ ਹੈ। ਪਰ ਸ਼ੈਤਾਨ ਦੇ ਮੂਹਰੇ ਹੱਥ ਜੋੜੋਗੇ ਤਾਂ ਸ਼ੈਤਾਨ ਨੂੰ ਹੋਰ ਤਾਕਤ ਮਿਲਦੀ। ਸ਼ੈਤਾਨ ਨੂੰ ਕਾਬੂ ਕਰਨ ਲਈ ਤਾਂ ਚਪੇੜਾਂ ਮਾਰਨੀਆਂ ਪੈਂਦੀਆਂ। ਤੇ ਜਦੋਂ ਜਿਹੜੀ ਮੈਂ ਆ, ਉਹਨੂੰ ਗਰੀਬੀ ਦੇ ਵਿੱਚ ਤੁਸੀਂ ਬਦਲ ਲਓਗੇ, ਮੈਂ ਹੂੰ ਪਰਮ ਪੁਰਖ ਦਾਸਾ, ਜਦੋਂ ਤੁਹਾਡੇ ਵਿੱਚ ਉਹ ਗਰੀਬੀ ਨਿਮਰਤ ਆ ਜਾਊਗੀ, ਤੇ ਉਹ ਤੁਸੀਂ ਚਪੇੜਾ ਮਾਰਦੇ ਆ ਮੈਂ ਦੇ। ਤੇ ਜਦੋਂ ਚਪੇੜਾ ਮਾਰ ਕੇ ਉਹਨੂੰ ਬੇਹੋਸ਼ ਕਰਤਾ, ਤੇ ਫਿਰ ਤੂੰ ਐਡਮਿਟ ਹੋ ਜਾਂਦਾ ਹੈ। ਉਹਦੇ ਵਿੱਚ ਕੋਈ ਨਹੀਂ ਰਹਿੰਦਾ। ਪਰ ਉਹ ਚਪੇੜ ਮਾਰਨੀ ਇੰਨੀ ਸੌਖੀ ਨਹੀਂ ਗੀ। ਉਹ ਆਪਣੇ ਮੂੰਹ ਤੇ ਆਪ ਚਪੇੜ ਮਾਰਨ ਵਾਲੀ ਗੱਲ ਆ। ਤੇ ਕੌਣ ਆਪਣੇ ਮੂੰਹ ਤੇ ਆਪ ਚਪੇੜ ਮਾਰਦਾ, ਸਮਝ ਨਾ। ਜਦੋਂ ਤੁਸੀਂ ਇਹ ਗੱਲ ਕਹਿ ਕੇ ਕੋਈ ਵੀ ਬੰਦਾ ਜਿਹਦੇ ਕੋਲ ਮਾੜੀ ਜੀ ਵੀ ਮੈਂ ਹੋਵੇ, ਮਾੜੀ ਜੀ ਹੋਵੇ, ਤੇ ਉਹ ਆਪਣਾ ਨਾ ਅੱਖਾਂ ਨੀਵੀਆਂ ਕਰਨ ਨੂੰ ਤਿਆਰ ਆ, ਨਾ ਆਪਣਾ ਸਿਰ ਨੀਵਾਂ ਕਰਨ ਨੂੰ ਤਿਆਰ ਆ, ਨਾ ਉਹ ਹੱਥ ਜੋੜਨ ਨੂੰ ਤਿਆਰ ਆ। ਕਿਹੜਾ ਬੰਦਾ ਆਪਣੇ ਮੂੰਹ ਤੇ ਆਪ ਚਪੇੜ ਮਾਰਦਾ? ਦਰਅਸਲ ਉਹਦੇ ਵਿੱਚ ਇਹ ਕਿ ਅਸੀਂ ਆਪਣੀ ਜ਼ਿੰਦਗੀ 'ਚ ਸੁਰਤ ਦੇ ਖਾਨੇ ਬਣਾ ਕੇ ਜੀ ਰਹੇ ਹਾਂ। ਅਸੀਂ ਇੱਕ ਐਕਟ ਕਰ ਰਹੇ ਹਾਂ। ਕਿਤੇ ਸਾਡਾ ਉਹ ਜਿਹੜਾ ਐਕਟ ਹੈ ਨਿਰਮਾਣਤਾ ਵਾਲਾ ਹੈ, ਕਿਤੇ ਉਹ ਹੰਕਾਰ ਵਾਲਾ ਹੈ, ਕਿਤੇ ਉਹ ਰਾਜਨੀਤਿਕ ਲੀਡਰ ਦਾ ਹੈ, ਕਿਤੇ ਉਹ ਪ੍ਰਬੰਧਕ ਦਾ ਹੈ, ਕਿਤੇ ਕਈ ਵਾਰੀ ਮੈਨੂੰ ਇੰਝ ਲੱਗਦਾ ਹੈ ਕਿ ਅੱਜ ਦੀ ਜੀਵਨ ਜਾਚ ਦੇ ਵਿੱਚ ਮਨੁੱਖ ਮੈਂ ਦਾਸ ਸ਼ਬਦ ਵਰਤੇ ਵੀ ਕਦੀ ਨਾ ਕਦੀ ਆਪਣੇ ਹੰਕਾਰ ਦਾ ਪ੍ਰਗਟਾ ਕਰ ਰਿਹਾ ਹੁੰਦਾ ਕਿ ਮੈਂ ਹੀ ਦਾਸ ਹਾਂ। ਉਹਦੇ ਵਿੱਚ ਵੀ ਉਹਦੀ ਸੂਖਮ ਜੀ ਹੋਮੇ ਹੁੰਦੀ ਹੈ ਕਈ ਵਾਰ। ਨਹੀਂ ਜੀ, ਦਾਸ ਤਾਂ ਉਹ ਆਪਣੇ ਆਪ ਨੂੰ, ਮੈਂ ਜਿੱਥੇ ਤੱਕ ਅੱਜ ਤੱਕ ਜਿਹੜੇ ਦਾਸ ਕਹਿਣ ਵਾਲੇ ਜ਼ਿਆਦਾ ਸੁਣੇ ਆ ਨਾ, ਉਹ ਦਾਸ ਸਿਰਫ ਮੌਕੇ ਦੇ ਮਖੌਲ ਨੂੰ ਦੇਖ ਕੇ ਉਹਨਾਂ ਨੂੰ ਕਹਿਣਾ ਪੈਂਦਾ, ਕਿਉਂਕਿ ਸੁਰਤ ਦੇ ਖਾਨੇ ਉਹਨਾਂ ਕੋਲ ਕੋਈ ਲਫਾਜ਼ ਨਹੀਂ ਹੁੰਦਾ ਹੋਰ ਕਿ ਉੱਥੇ ਮੈਂ ਵਰਤਿਆ ਨਹੀਂ ਜਾ ਸਕਦਾ, ਉਹਦੇ ਦਾਸ ਕਹਿਣਾ ਪੈਂਦਾ। ਤੇ ਮਜਬੂਰੀ ਨਾਲ ਕਹਿੰਦੇ। ਪਰ ਉਹਨਾਂ ਦਾਸਾਂ ਨੂੰ ਜਿਹੜਾ ਉਸ ਗੁਰਦੁਆਰੇ ਤੋਂ ਬਾਹਰ ਆ ਕੇ ਉਹਨਾਂ ਨਾਲ ਗੱਲ ਕਰੋ, ਤੇ ਉਹ ਇਕੱਲੇ ਦਾਸ ਨਹੀਂ ਹੁੰਦੇ, ਉਹਨਾਂ ਨੇ 5-7 ਨਾਲ ਉਹ ਬਦਮਾਸ਼ ਇਕੱਠੇ ਰੱਖੇ ਹੁੰਦੇ ਆਪਣੇ ਨਾਲ, 4-5 ਜੀਪਾਂ ਹੁੰਦੀਆਂ ਉਹਨਾਂ ਦੇ ਨਾਲ। ਬਿਲਕੁਲ। ਤਾਂ ਉਹੀ ਦਾਸ ਕਹਿਣ ਵਾਲਾ ਬੰਦਾ ਉਹ ਸੰਗਤ ਦੇ ਵਿੱਚ ਜਦੋਂ ਆਮ ਲੋਕਾਂ ਵਿੱਚ ਦਾਸ ਵਾਲਾ ਹੁੰਦਾ, ਬਾਹਰ ਬਦਮਾਸ਼ ਹੁੰਦਾ, ਉੱਥੇ ਬਹੁਤ ਔਖਾ ਹੁੰਦਾ। ਸਾਡੇ ਜੀਵਨ ਦਾ ਸੱਚ ਇਹ ਬਹੁਤ। ਪਰ ਮੈਂ ਤੁਹਾਡੇ ਜੀਵਨ ਦੇ ਬਾਰੇ ਜ਼ਿਆਦਾ ਆਉਣਾ ਆ, ਕਿਉਂਕਿ ਤੁਸੀਂ ਇਹ ਗੱਲ ਆਖੀ ਆ ਕਿ ਜੇ ਤੁਹਾਨੂੰ ਇਹ ਮੋੜ, ਇਹ ਸੋਝੀ ਉਸ ਇੱਕ ਪਿਕਚਰ ਤੋਂ ਮਿਲੀ ਜਿਹਨੇ ਤੁਹਾਡੇ ਹਿਰਦੇ ਤੇ ਅਸਰ ਕੀਤਾ। ਅਸਰ ਉਹ ਤੁਹਾਡੀਆਂ ਅੱਖਾਂ ਨੇ ਦੇਖਿਆ ਤੇ ਅੱਖਰਾਂ ਦੇ ਥਰੂ ਤੁਹਾਡੇ ਹਿਰਦੇ ਤੇ ਅਸਰ ਹੋਇਆ। ਪਰ ਹਿਰਦੇ ਦੇ ਵਿੱਚ ਕੋਈ ਚਿਗਿਆੜੀ ਪਹਿਲਾਂ ਹੈਗੀ ਸੀ। ਹਿਰਦਾ ਤੁਹਾਡਾ ਜਿੰਦਾ ਸੀ ਤਾਂ ਉਸ ਨੇ ਅਸਰ ਕੀਤਾ। ਬਹੁਤ ਕੁਝ ਐਸੇ ਵੇਲੇ ਸੰਸਾਰ ਦੇ ਵਿੱਚ ਹੋ ਰਿਹਾ, ਬਹੁਤ ਕੁਝ ਸਾਡੀਆਂ ਅੱਖਾਂ ਦੇਖ ਰਹੀਆਂ, ਬਹੁਤ ਕੁਝ ਸਾਡੇ ਕੰਨ ਸੁਣ ਰਹੇ, ਪਰ ਸਾਡੇ ਹਿਰਦੇ ਤੇ ਤਾਂ ਅਸਰ ਨਹੀਂ ਹੋ ਰਿਹਾ। ਉਹ ਤਸਵੀਰ ਤੁਸੀਂ ਇਕੱਲਿਆਂ ਨੇ ਨਹੀਂ ਦੇਖੀ, ਉਹ ਤਸਵੀਰ ਲੱਖਾਂ ਬੰਦਿਆਂ ਨੇ ਦੇਖੀ ਹੋਊਗੀ, ਕਰੋੜਾਂ ਬੰਦਿਆਂ ਨੇ ਦੇਖੀ ਹੋਊਗੀ, ਪਰ ਉਸ ਤਸਵੀਰ ਨੇ ਹਿਰਦੇ ਤੁਹਾਡੇ ਤੇ ਅਸਰ ਕੀਤਾ ਹੈ। ਉਹ ਤੁਹਾਡੇ ਹਿਰਦੇ ਦੇ ਵਿੱਚੋਂ ਜਿਹੜਾ ਉਹਨੇ ਇਨਕਲਾਬ ਪੈਦਾ ਕੀਤਾ, ਜਾਂ ਜਿਹੜੀ ਉਹ ਸੋਚਣੀ ਪੈਦਾ ਕੀਤੀ, ਉਹ ਤੁਸੀਂ ਦੁਨੀਆ ਵਿੱਚ ਲੈ ਗਏ। ਉਹ ਹਿਰਦੇ ਦੇ ਵਿੱਚ ਜਿਹੜੀ ਚੀਜ਼ ਆਈ ਸੀ, ਉਹ ਕਿੱਥੋਂ ਆਈ ਸੀ? ਵੇਖੋ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਹੈ, ਸਰੀਰਕ ਰੂਪ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉਹਦੀ ਜਿਹੜੀ ਮੂਲ ਇਕਾਈ ਉਹ ਸੈੱਲ ਹੈ, ਉਸ ਤੋਂ ਬਾਅਦ ਟਿਸ਼ੂ ਬਣ ਗਏ, ਮਸਲ ਬਣ ਗਏ। ਪਰ ਜਦੋਂ ਅਸੀਂ ਮਨੁੱਖ ਨੂੰ ਸੁਰਤ ਦੇ ਮੁਜੱਸਮੇ ਦੇ ਰੂਪ 'ਚ ਵੇਖਦੇ ਹਾਂ, ਤਾਂ ਚਾਹੇ ਉਹ ਸ਼ਬਦ ਹੈ, ਚਾਹੇ ਉਹ ਸਪਰਸ਼ ਹੈ, ਚਾਹੇ ਉਹ ਵੇਖਣਾ ਹੈ, ਚਾਹੇ ਉਹ ਸਰਵਣ ਕਰਨਾ ਹੈ, ਚਾਹੇ ਉਹ ਸੁੰਘਣਾ ਹੈ, ਚਾਹੇ ਉਹਦਾ ਸਵਾਦ ਚੱਖਣਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਸੰਬੰਧ ਹੈ ਉਹ ਦਰਅਸਲ ਮਨੁੱਖ ਦੀ ਸੁਰਤ ਦੇ ਨਾਲ ਹੈ। ਸੁਰਤ ਦਾ ਜਿਹੜਾ ਸੂਖਮ ਸਿਰਾ ਮਨ ਹੈ, ਤੇ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਇੱਕੋ ਹੀ ਨਿਸ਼ਾਨਾ ਹੈ ਕਿ ਮਨ ਉਸ ਜੋਤ ਸਰੂਪ 'ਚ ਅਭੇਦ ਹੋ ਜਾਵੇ, ਕਿਉਂਕਿ ਸ਼ਬਦ ਸਰੂਪ ਦੇ ਸਦਕਾ ਹੀ ਮਨ ਦੀ ਅਭੇਦਤਾ ਹੈ। ਸੋ ਇਹ 'ਚ ਕੋਈ ਸ਼ੱਕ ਨਹੀਂ ਕਿ ਮਨੁੱਖ ਆਪਣੀਆਂ ਇਹਨਾਂ ਇੰਦਰੀਆਂ ਦੇ ਨਾਲ ਬਾਹਰ ਦੇ ਦ੍ਰਿਸ਼ਾਂ ਨੂੰ ਤੱਕਦਾ ਹੈ,
ਪਰ ਮੇਰੇ ਖਿਆਲ ਦੇ ਨਾਲ ਇਹ ਮਨੁੱਖ ਦਾ ਆਪਣਾ ਵਸ ਨਹੀਂ ਹੁੰਦਾ ਕਿ ਉਹਦੇ ਅੰਦਰ ਦੇ ਉਹ ਜਿਹੜੇ ਦ੍ਰਿਸ਼ ਨੇ ਉਹ ਉਹਦੀ ਆਤਮਾ 'ਚ ਵਸ ਜਾਣ ਤੇ ਮਨੁੱਖ ਦੇ ਅੰਦਰ ਚੇਤਨਤਾ ਜਾਗ ਜਾਵੇ। ਮੈਂ ਸੋਚਦਾ ਕਿ ਇਹ ਵੀ ਉਹਦੀ ਕਿਰਪਾ ਹੁੰਦੀ। ਮਨੁੱਖ ਆਪਣੀ ਸੋਚਣੀ ਦੇ ਨਾਲ ਮੇਰੇ ਖਿਆਲ ਨਾਲ ਜਦੋਂ ਸੋਚਦਾ ਹੈ ਤਾਂ ਉਹਦੀ ਸੁਰਤ ਤੇ ਸੋਚ ਦੇ ਵਿੱਚ ਕਈ ਵਾਰੀ ਬਹੁਤ ਅੰਤਰ ਹੁੰਦਾ, ਕਿਉਂਕਿ ਮਨੁੱਖ ਬਚਾਅ ਸੋਚਦਾ ਹੈ, ਮਨੁੱਖ ਸੁਰਤ ਤੋਂ ਲਾਂਭੇ ਜਾਂਦਾ ਹੈ, ਸੁਰਤ ਦੇ ਖਾਨੇ ਬਣਾਉਂਦਾ ਹੈ। ਮੈਨੂੰ ਇੰਝ ਲੱਗਦਾ ਹੈ ਤਸਵੀਰ ਤਾਂ ਉਸ ਨੂੰ ਮੈਂ ਤੱਕਿਆ, ਪਰ ਜਿਹੜਾ ਅੰਦਰੋਂ ਆਤਮਾ 'ਚ ਚਿੰਤਨ ਸ਼ੁਰੂ ਹੋਇਆ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ। ਕਿਉਂਕਿ ਮੈਂ ਜੇ ਕਹਾਂ ਕਿ ਮੈਂ ਕੁਝ ਕਰ ਸਕਦਾ ਤਾਂ ਸ਼ਾਇਦ ਕੁਝ ਵੀ ਨਹੀਂ, ਕਿਉਂਕਿ ਉਹਦੇ ਤੋਂ ਪਹਿਲਾਂ ਮੈਂ ਸਿੱਖ ਇਤਿਹਾਸ ਨੂੰ ਕੋਈ ਪੜ੍ਹਿਆ ਨਹੀਂ ਸੀ। ਮੈਂ ਤੁਹਾਡੇ ਨਾਲ ਪੂਰਾ ਸਹਿਮਤ ਨਹੀਂ ਹੋਇਆ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਂ ਇਸ ਚੀਜ਼ ਨੂੰ ਸਮਝਦਾ ਕਿ ਜੇ ਉਹਦੀ ਕਿਰਪਾ ਨਾ ਹੋਵੇ ਤਾਂ ਕੁਝ ਵੀ ਪ੍ਰਾਪਤ ਨਹੀਂ ਜੀ, ਹੁੰਦਾ। ਜੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਕਿਰਪਾ ਦਾ ਪਾਤਰ ਬਣਨਾ ਇੱਕ ਗੱਲ ਆ। ਇਹ ਜਿਹੜੀ ਬਹੁਤ ਵੱਡੀ ਗੱਲ ਹੈ। ਮੰਗਦੇ ਤਾਂ ਅਸੀਂ ਸਾਰੇ ਹੀ ਹਾਂ, ਜੀ ਅਰਦਾਸਾਂ ਅਸੀਂ ਸਾਰੀਆਂ ਕਰਦੇ, ਬੜੀ ਵੱਡੀਆਂ ਅਰਦਾਸਾਂ ਕਰਦੇ, ਅੱਧਾ ਪੌਣਾ ਘੰਟਾ ਲੱਗਦਾ ਅਰਦਾਸ ਕਰਦੇ ਉੱਤੇ। ਉਹ ਬੜੇ ਐਸ ਲਿਹਾਜ਼ੇ ਨਾਲ ਕਰਦੇ ਕਿ ਅੰਦਰੋਂ ਅਸੀਂ ਰੋ ਰਹੇ ਹਾਂ, ਔਰ ਬੜੀ ਭੇਟਾ ਰੱਖ ਕੇ ਵੀ ਅਸੀਂ ਅਰਦਾਸ ਕਰਦੇ ਹਾਂ, ਪਰ ਉਹ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ। ਦਰਅਸਲ ਉਸ ਪਰ ਉਹ ਜੇ ਉਹ ਅਰਦਾਸ ਤੁਹਾਡੀ ਮਨ ਦੀ ਪੂਰੀ ਹੋਈ ਆ ਤੇ ਪਿੱਛੇ ਕੋਈ ਨਾ ਕੋਈ ਕਾਰਨ ਹੈਗਾ। ਮੇਰੇ ਖਿਆਲ ਦੇ ਨਾਲ ਮਨੁੱਖ ਦੀ ਇਕਾਗਰਤਾ, ਹੋਰ ਕੋਈ ਕਾਰਨ ਨਹੀਂ। ਜਦੋਂ ਅਸੀਂ ਅਰਦਾਸ ਇਹ ਗੁਰੂ ਪਾਤਸ਼ਾਹ ਨੂੰ ਸਮਰੱਥ ਸਨਮੁਖ ਜਾਣ ਕੇ ਇਕਾਗਰਤਾ ਦੇ ਨਾਲ ਕਰਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਝੋਲੀ ਦੇ ਵਿੱਚ ਤੁਹਾਡਾ ਮਕਸਦ ਨਾ ਹੋਵੇ। ਪਰ ਜੇ ਝੋਲੀ ਨਾ ਹੋਵੇ ਤੇ ਪਾਪਾ ਕਿੱਥੋਂ? ਵੇਖੋ, ਮੈਂ ਪਹਿਲਾਂ ਗੱਲ ਇਹ ਕੀਤੀ ਕਿ ਇਕਾਗਰਤਾ ਤੇ ਉਹਨੂੰ ਸਨਮੁਖ ਜਾਣਨਾ। ਇਕਾਗਰਤਾ ਤੇ ਸਨਮੁਖ ਦੇ ਸਾਹਮਣੇ ਜਦੋਂ ਤੁਸੀਂ ਕਿਸੇ ਕੋਲ ਮੰਗਣਾ ਹੈ ਤਾਂ ਫਿਰ ਝੋਲੀ ਹੋਵੇਗੀ ਤਾਂ ਫੇਰ ਹੀ ਮੰਗ ਸਕਦੇ। ਦੇਖੋ ਜੀ, ਦੀਵਾ ਤੁਹਾਡੇ ਕੋਲ ਹੋਊਗਾ, ਕੁਝ ਤੇਲ ਹੋਊਗਾ ਤੇ ਕਿਸੇ ਕੋਲ ਬੱਤੀ ਲੈ ਕੇ 30 ਲੈ ਕੇ ਤੁਸੀਂ ਜਗਾ ਲਓਗੇ। ਜੀ ਜੀ। ਜੇ ਦੀਵਾ ਹੀ ਨਾ ਹੋਊਗਾ, ਵੇਖੋ ਗੱਲ ਕਿੱਥੋਂ ਬਣਨੀ? ਜਿਹੜਾ ਦੀਵਾ ਹੈ ਉਹ ਤਾਂ ਸਥੂਲ ਚੀਜ਼ ਹੈ। ਇਹਦਾ ਮਤਲਬ ਤੁਹਾਡੇ ਅੰਦਰ ਪਹਿਲੋਂ ਕੋਈ ਨਾ ਕੋਈ ਦੀਵੇ ਦੀ ਬੱਤੀ, ਕੋਈ ਦੀਵਾ ਜਿਹੜਾ ਸੀਗਾ ਅੰਦਰੋਂ ਅੰਦਰੀ ਕੁਝ ਹੈਗਾ ਸੀਗਾ। ਨਹੀਂ, ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਦੀਵਾ ਹੈ ਨਾ, ਜਿਹੜਾ ਸਥੂਲਤਾ ਹੈ, ਤੁਸੀਂ ਉਸ ਚੀਜ਼ ਦੀ ਭਾਲ ਦੇ ਵਿੱਚ ਸੀ ਵੀ ਗੁਰੂ ਤੁਹਾਡੇ ਉੱਤੇ ਕਿਰਪਾ ਕਰੇ। ਮੈਂ ਇਹੀ ਗੱਲ ਕਹਿ ਰਿਹਾ ਕਿ ਦੀਵਾ ਹੈ ਉਹ ਤਾਂ ਇੱਕ ਸਥੂਲ ਹੈ। ਮੈਨੂੰ ਲੱਗਦਾ ਹੈ ਕਿ ਦੀਵਾ ਤਾਂ ਹਰ ਮਨੁੱਖ ਹੈ, ਜਿਸ ਤਰ੍ਹਾਂ ਬਹੁਤ ਵਿਧ ਭਾਂਡੇ ਘੜੇ ਕੁਮਾਰਾ, ਪਰ ਉਹ ਜਿਹੜੀ ਚੇਤਨਤਾ ਦੀ ਲਾਈਟ ਜਗਣੀ ਹੈ ਉਹ ਉਹਦੀ ਕਿਰਪਾ ਦੇ ਨਾਲ ਹੈ। ਮਤਲਬ ਕਿ ਉਸ ਦੇ ਵਾਸਤੇ ਅਸੀਂ ਕੋਈ ਸਮਾਂ ਨਿਰਧਾਰਤ ਨਹੀਂ ਕਰ ਸਕਦੇ। ਇਹ ਪਤਾ ਨਹੀਂ ਕਿ ਉਹਦੀ ਕਿਹੜੇ ਵੇਲੇ ਕਿਰਪਾ ਹੋ ਜਾਣੀ ਹੈ ਕਿ ਤੁਹਾਡੀ ਦੀਵੇ ਦੇ ਵਿੱਚ ਉਸਨੇ ਉਸ ਪ੍ਰਕਾਸ਼ ਨੂੰ ਜਨਮ ਦੇ ਦੇਣਾ ਹੈ। ਸੋ ਸਥੂਲ ਰੂਪ ਦੇ ਵਿੱਚ ਦੀਵਾ ਤਾਂ ਗੁਰੂ ਪਾਤਸ਼ਾਹ ਨੇ ਕਹਿਤਾ ਕਿ ਬਹੁਤ ਵਿਧ ਭਾਂਡੇ ਘੜੇ ਕੁਮਾਰਾ, ਅਸੀਂ ਸਾਰੇ ਦੀਵੇ ਹੀ ਆ, ਪਰ ਉਸ ਦੀਵੇ ਦੇ ਵਿੱਚ ਜਿਹੜੀ ਉਹ ਬੱਤੀ ਬਲਣੀ ਹੈ ਉਹ ਉਹਦੀ ਕਿਰਪਾ ਦੇ ਸਦਕਾ। ਦੇਖੋ, ਭਾਈ ਸਾਹਿਬ ਨੇ ਜਿਹੜੀ ਹੁਣ ਗੱਲ ਕੀਤੀ ਹੈ, ਕਿਰਪਾ ਦੀ ਤਾਂ ਗੱਲ ਪਹਿਲਾਂ ਵੀ ਇਹਨਾਂ ਨੇ ਕੀਤੀ ਸੀ, ਪਰ ਹੁਣ ਜਿਹੜੇ ਤਰੀਕੇ ਨਾਲ ਕਿਰਪਾ ਦੀ ਗੱਲ ਕੀਤੀ ਹੈ, ਕਿਉਂਕਿ ਦੀਵੇ ਅਸੀਂ ਸਾਰੇ ਹੀ ਹਾਂ, ਆਤਮਾ ਸਾਡੇ ਸਾਰਿਆਂ ਦੇ ਵਿੱਚ ਹੀ ਆ, ਆਤਮਾ ਨਹੀਂ ਮਰੀ ਨਹੀਂ ਗਈ, ਕਿਉਂਕਿ ਜਿਹਨੇ ਜਨਮ ਲਿਆ ਉਹ ਆਤਮਾ ਹੈ। ਬਿਲਕੁਲ, ਜਨਮ ਲੈਣ ਵਾਲੀ ਚੀਜ਼ ਤਾਂ ਆਤਮਾ, ਬਾਕੀ ਤਾਂ ਸਰੀਰ ਜਿਹੜਾ 5 ਤੱਤਾਂ ਦਾ ਬਣਿਆ ਆ ਤੇ 5 ਤੱਤਾਂ ਵਿੱਚ ਇਹਨੇ ਖਤਮ ਹੋ ਜਾਣਾ। ਪਰ ਆਤਮਾ ਹੀ ਇੱਕ ਐਸੀ ਚੀਜ਼ ਹੈ ਜਿਹਨੇ ਜਨਮ ਲਿਆ, ਉਹ ਬਾਅਦ ਚ ਮਨੁੱਖੀ 5 ਤੱਤਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਿਆ। ਅਸੀਂ ਉਹ ਤੱਤ ਲੈ ਕੇ ਬੈਠੇ ਆ ਤੇ ਸਾਡੇ ਵਿੱਚ ਆਤਮਾ, ਜਿੱਦਾਂ ਸਾਡੇ ਵਿੱਚੋਂ ਆਤਮਾ ਨਿਕਲ ਗਈ ਤੇ ਇਹ ਜਿਹੜਾ ਸਰੀਰ ਆ ਮਿੱਟੀ 'ਚੋਂ ਨਿਕਲਿਆ, ਮਿੱਟੀ 'ਚ ਮਿਲ ਜਾਣਾ। ਪਰ ਉਹ ਜਿਹੜੀ ਉਹਦੀ ਕਿਰਪਾ ਵਾਲੀ ਗੱਲ ਆ, ਉਹ ਕਿਹੜੀ ਆਤਮਾ ਤੇ ਹੁੰਦੀ ਆ, ਕਦੋਂ ਹੁੰਦੀ ਆ, ਇਹ ਬੰਦਾ ਨਹੀਂ ਜਾਣਦਾ। ਬਿਲਕੁਲ, ਇਹਦੇ ਬਾਰੇ ਨਹੀਂ ਪਤਾ, ਪਰ ਸਾਨੂੰ ਨਹੀਂ ਪਤਾ, ਅਕਾਲ ਪੁਰਖ ਵਾਹਿਗੁਰੂ ਨੂੰ ਪਤਾ। ਬਿਲਕੁਲ। ਉਹੀ ਮੈਂ ਕਹਿੰਦਾ ਕਿ ਮਨੁੱਖ ਖੁਦ ਉਹਦਾ ਸਮਾਂ ਨਿਰਧਾਰਤ ਨਹੀਂ ਕਰ ਸਕਦਾ। ਮੈਂ ਇਸ ਵਿਸ਼ੇ ਤੇ ਕਈ ਵਾਰੀ ਇਹ ਵਿਚਾਰ ਕਰਦਾ ਹੁਣਾ ਕਿ ਅਕਾਲ ਪੁਰਖ ਵਾਹਿਗੁਰੂ ਦੇਖੋ, ਸਾਰੀ ਸ੍ਰਿਸ਼ਟੀ ਦਾ ਮਾਲਕ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਔਰ ਹਰ ਚੀਜ਼ ਜਿਹੜੀ ਹੈ ਉਹਦੇ ਹੁਕਮ ਵਿੱਚ ਵੱਜੀ ਹੈ। ਦੁਨੀਆ ਦੀ ਕੋਈ ਵੀ ਚੀਜ਼ ਹੈ, ਦੁਨੀਆ ਦੀ ਕੋਈ ਵੀ ਤਾਕਤ, ਦੁਨੀਆ ਦਾ ਕੋਈ ਵੀ ਦੇਵੀ ਦੇਵਤਾ, ਜਿਹਨੇ ਦੇਵੀ ਦੇਵਤੇ ਇੱਕ ਕਿਸਮ ਦੀਆਂ ਤਾਕਤਾਂ ਹੀ ਆ, ਐਸਾ ਨਹੀਂ ਗਾ ਜਿਹੜਾ ਉਹਦੇ ਹੁਕਮ 'ਚ ਨਾ ਵੱਜਾ ਹੋਵੇ। ਤੇ ਜੇ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲੈ ਲਈਏ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ, ਇਹ ਦੁਨੀਆ ਦਾ ਸਿਸਟਮ ਅਕਾਲ ਪੁਰਖ ਨੇ ਇਸ ਤਰੀਕੇ ਨਾਲ ਬੰਨ੍ਹ ਦਿੱਤਾ ਆ ਕਿ ਸੰਜੋਗ ਤੇ ਵਿਜੋਗ ਦੇ ਵਿੱਚ ਹੀ ਇਹ ਸਾਰੀ ਦੁਨੀਆ ਘੁੰਮ ਰਹੀ ਹੈ। ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਮਿਲਾਪ ਹੁੰਦਾ ਹੈ ਤੇ ਉਹਦੇ ਵਿੱਚੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਜਾਂ ਉਹਦੇ ਵਿੱਚੋਂ ਚੀਜ਼ ਕੋਈ ਗਵਾਚਦੀ ਹੈ। ਕੋਈ ਤੁਹਾਨੂੰ ਮਿਲ ਕੇ ਸੁੱਖ ਦੇ ਜਾਂਦਾ, ਕੋਈ ਤੁਹਾਨੂੰ ਮਿਲ ਕੇ ਦੁੱਖ ਦੇ ਜਾਂਦਾ, ਕੋਈ ਤੁਹਾਨੂੰ ਮਿਲ ਕੇ ਤੁਹਾਡੀ ਬਾਹ ਫੜ ਕੇ ਗੁਰਦੁਆਰਾ ਸਾਹਿਬ ਲੈ ਜਾਂਦਾ, ਕੋਈ ਤੁਹਾਡੀ ਬਾਹ ਫੜ ਕੇ ਤੁਹਾਨੂੰ ਠੇਕੇ ਵਿੱਚ ਲੈ ਜਾਂਦਾ ਜਾਂ ਕਿਸੇ ਜੂਏ ਖਾਨੇ 'ਚ ਲੈ ਜਾਂਦਾ। ਮਿਲਿਆ ਤਾਂ ਲੈ ਗਿਆ, ਮਿਲਿਆ ਤਾਂ ਲੈ ਗਿਆ, ਤੁਹਾਨੂੰ ਦੂਏ ਪਾਸੇ ਨੂੰ ਲੈ ਗਿਆ। ਪਰ ਉਹ ਇਸੇ ਕਰਕੇ ਗੁਰੂ ਸਾਹਿਬਾਂ ਨੇ
ਸਾਨੂੰ ਕਨਸੈਪਟ ਦਿੱਤਾ ਸੰਗਤ ਦਾ। ਜਿਸ ਇਨਸਾਨ ਨੂੰ ਗੁਰੂ ਸਾਹਿਬ ਨੇ ਚੰਗੇ ਪਾਸੇ ਲੈ ਕੇ ਜਾਣਾ, ਉਹਨੂੰ ਚੰਗੀ ਸੰਗਤ ਦੇ ਦਿੰਦਾ, ਉਹਨੂੰ ਮਿਲਾਪ ਜਿਹੜਾ ਆ ਉਹ ਚੰਗਾ ਦੇ ਦਿੰਦਾ, ਉਹਨੂੰ ਜਿਹੜਾ ਸੰਯੋਗ ਹੁੰਦਾ ਉਹ ਚੰਗਾ ਹੋ ਜਾਂਦਾ। ਤੇ ਜਿਹਨੂੰ ਉਹ ਮਾੜੇ ਪਾਸੇ ਲੈ ਕੇ ਜਾਣਾ, ਜਿਹਨੂੰ ਉਹਨੇ ਸਜ਼ਾ ਦੇਣੀ ਆ, ਉਹਨੂੰ ਜਿਹੜਾ ਸੰਯੋਗ ਆ ਉਹ ਦੇ ਦੇਣਾ, ਜਿਹਦੇ ਨਾਲ ਉਹ ਮਾੜੇ ਪਾਸੇ ਚੱਲ ਜਾਵੇ, ਉਹ ਆਟੋਮੈਟਿਕ ਡੁੱਬ ਜਾਂਦਾ, ਉਹਨੂੰ ਡੁੱਬਣ ਦੀ ਲੋੜ ਨਹੀਂ ਪੈਂਦੀ। ਹੁਣ ਲੱਕੜ ਦੇ ਨਾਲ ਭਾਰਾ ਪੱਥਰ ਬੰਨ੍ਹਦੇ ਉਹਨੂੰ ਡੁੱਬਣਾ ਹੀ ਆ। ਤੇ ਜੇ ਉਹੀ ਪੱਥਰ ਇੱਕ ਸ਼ੇਪ ਬਣਾ ਕੇ ਉਹਦੇ ਭਾਵੇਂ ਸਾਰਾ ਸ਼ੇਪਾਂ ਨਾਲ ਪੱਥਰਾਂ ਨਾਲ ਭਰ ਦਿਓ, ਉਹ ਪੱਥਰ ਵੀ ਚੱਲ ਕੇ ਪਾਰ ਚਲ ਜਾਂਦਾ ਹੈ। ਉਹ ਵੀ ਸੰਯੋਗ ਦੀ ਗੱਲ ਹੀ ਆ। ਪਰ ਉਸ ਸੰਯੋਗ ਨੂੰ ਸਮਝਣਾ, ਉਸ ਸੰਯੋਗ ਨੂੰ ਨਾ, ਇਹ ਇੱਕ ਤਾਂ ਜਿਹੜੇ ਸਾਡੇ ਪੂਰਬਲੇ ਕਰਮ ਆ ਉਹਨਾਂ ਦੇ ਨਾਲ ਬਹੁਤ ਆਧਾਰਿਤ ਕਰਦਾ ਕਿ ਜਿਹੜੀ ਸਾਡੀ ਆਤਮਾ ਹੁੰਦੀ ਆ ਕਿੱਥੋਂ ਕਿੱਥੋਂ ਘੁੰਮ ਕੇ ਆਈ ਆ, ਜਨਮਾਂ ਕੀ ਇਸ ਮਨ ਕੋ ਮੈਂ ਲਾਗੀ, ਸਮਝ ਲਓ ਪਿੱਥੋਂ ਘੁੰਮ ਕੇ ਆਈ ਆ, ਉਹਦੇ ਸੰਸਕਾਰ ਜਿਹੜੇ ਸਾਡੀ ਆਤਮਾ ਦੇ ਨਾਲ ਉਹ ਸਾਨੂੰ ਆਏ ਆ। ਤੇ ਉਹਦਾ ਸਿਸਟਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਆ। ਦੇਖੋ ਜਦੋਂ ਅਸੀਂ ਜਨਮ ਲੈਂਦੇ ਆ, ਅਸੀਂ ਆਪਣੀ ਮਰਜ਼ੀ ਨਾਲ ਜਨਮ ਤਾਂ ਲਿਆ ਨਹੀਂ ਕਿ ਸਾਨੂੰ ਆਹ ਮਾਤਾ ਪਿਤਾ ਚਾਹੀਦੇ ਆ, ਉੱਥੇ ਕਮੰਡੀ ਤਾਂ ਲੱਗੀ ਨਹੀਂ ਸੀ ਕਿ ਸਾਨੂੰ ਆਹ ਮਾਤਾ ਦੇ ਦੇ ਤੇ ਆਹ ਪਿਤਾ ਦੇ ਦੇ, ਸਾਨੂੰ ਆਹ ਘਰ ਦੇ ਦੇ, ਸਾਨੂੰ ਮੁਸਲਮਾਨਾਂ ਦਾ ਘਰ ਦੇ ਦੇ, ਜਾਂ ਕਿਸੇ ਹਿੰਦੂ ਦਾ ਦੇ ਦੇ, ਜਾਂ ਕਿਸੇ ਈਸਾਈ ਦਾ ਦੇ ਦੇ, ਜਾਂ ਕਿਸੇ ਗੁਰਸਿੱਖ ਦਾ ਦੇ ਦੇ। ਇਹ ਸਾਰੀ ਦੀ ਸਾਰੀ ਚੀਜ਼ ਉਹਦੀ ਕਿਰਪਾ ਚ ਆਈ। ਪਰ ਜਦੋਂ ਅਸੀਂ ਇਸ ਚੀਜ਼ ਨੂੰ ਨਹੀਂ ਸਮਝਦੇ ਬਚਪਨ ਤੋਂ ਹੀ ਕਿ ਜੋ ਕੁਝ ਵੀ ਹੋ ਰਿਹਾ ਉਹਦੀ ਕਿਰਪਾ ਨਾਲ ਹੋ ਰਿਹਾ, ਤੇ ਫਿਰ ਉਹ ਸਾਡਾ ਸਾਰਾ ਜੀਵਨ ਜਿਹੜਾ ਉਹ ਭਟਕਣ ਦੇ ਵਿੱਚ ਰਹਿ ਜਾਂਦਾ। ਜਦੋਂ ਅਸੀਂ ਕਹਿੰਦੇ ਆ ਆਹ ਬਾਬੇ ਨੇ ਵਰ ਦਿੱਤਾ ਤੇ ਆਹ ਬਾਬੇ ਨੇ ਤਵੀਤ ਦਿੱਤਾ ਤੇ ਬਾਬੇ ਨੇ ਆਹ ਸਾਨੂੰ ਦਿੱਤਾ ਤੇ ਤਾਂ ਕਰਕੇ ਆਹ ਮੁੰਡਾ ਹੋਇਆ, ਤੇ ਫਿਰ ਸਾਰੇ ਦਾ ਸਾਰਾ ਜੀਵਨ ਫਿਰ ਬਾਬੇ ਦੇ ਕੋਲ ਜਿਹੜਾ ਸਾਡਾ ਉਹ ਚਲੇ ਜਾਂਦਾ। ਪਰ ਜਦੋਂ ਅਸੀਂ ਕਹਿੰਦੇ ਉਹਦੀ ਕਿਰਪਾ ਦੇ ਨਾਲ ਹੋਇਆ, ਉਹਦੀ ਬਖਸ਼ਿਸ਼ ਨਾਲ ਹੋਇਆ, ਤੇ ਫਿਰ ਸਾਰੇ ਦਾ ਸਾਰਾ ਜੀਵਨ ਜਿਹੜਾ ਉਹਦੀ ਬਖਸ਼ਿਸ਼ ਦੇ ਵਿੱਚ ਹੀ ਜਾ ਸਕਦਾ। ਇਹ ਪਰਿਵਾਰਕ ਸਿਧਾਂਤਾਂ ਦੇ ਵਿੱਚੋਂ ਚੀਜ਼ ਜਿਹੜੀ ਆ ਇਹ ਸਾਡੇ ਸਾਹਮਣੇ ਆਉਂਦੀ ਆ। ਪਰ ਕਿਸੇ ਨਾ ਕਿਤੇ ਇਹ ਸਾਨੂੰ ਉਹਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪਣੀ ਝੋਲੀ ਜਿਹੜੀ ਆ, ਮੈਂ ਕਈ ਵਾਰੀ ਗੁਰਸਿੱਖੀ ਦੇ ਵਿੱਚ ਮੈਂ ਇਹ ਸੋਚਦਾ ਹੁੰਦਾ ਕਿ ਅਸੀਂ ਦਾਤਾ ਬਹੁਤ ਮੰਗਦੇ ਹਾਂ ਪਰ ਝੋਲੀ ਵੱਡੀ ਨਹੀਂ ਕਰਦੇ। ਬਿਲਕੁਲ ਇਹ ਵੀ ਕਹਿ ਸਕਦੇ ਹਾਂ। ਤੇ ਜਿਹੜੀ ਤੁਸੀਂ ਗੱਲ ਸੰਯੋਗ ਤੇ ਵਿਯੋਗ ਦੀ ਕੀਤੀ ਹੈ, ਦਰਅਸਲ ਮੇਰੇ ਖਿਆਲ ਨਾਲ ਜੇ ਕਿਤੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ, ਇਹ ਬਹੁਤ ਵੱਡਾ ਇੱਕ ਦੁਨੀਆ ਦਾ ਸਿਧਾਂਤ ਹੈ ਸੰਯੋਗ ਤੇ ਵਿਯੋਗ ਦਾ। ਹਾਂਜੀ, ਕਿਉਂਕਿ ਖੁਸ਼ੀਆਂ ਵੀ ਇਹਦੇ ਕਰਕੇ ਨੇ, ਗਮ ਵੀ ਇਹਦੇ ਕਰਕੇ ਹੈ। ਤੇ ਮਨੁੱਖ ਤਾਂ ਛੱਡ ਦਿਓ, ਮੈਂ ਕਹਿੰਦਾ ਕਿ ਇੱਕ ਮਨੁੱਖ ਦੇ ਸਰੀਰ ਦੇ ਨਾਲੋਂ ਇੱਕ ਛੋਟੇ ਜਿਹੇ ਅੰਸ਼ ਦਾ ਟੁੱਟਣਾ ਸਾਡੇ ਵਾਸਤੇ ਦੁੱਖ ਹੈ, ਪਰ ਉਹ ਅੰਸ਼ ਆਪਣੇ ਮੂਲ ਤੱਤ 'ਚ ਮਿਲ ਰਿਹਾ, ਉਹਦੇ ਕਰਕੇ ਸੁੱਖ ਹੈ। ਇੱਕ ਬਹੁਤ ਵੱਡੇ ਗੋਲੇ ਦਾ ਆਪਸ ਨਾਲੋਂ ਟੁੱਟਣਾ, ਇੱਕ ਗ੍ਰਹਿ ਦੇ ਰੂਪ 'ਚ ਬਣ ਜਾਣਾ, ਕਿਤੇ ਉਹਦੀ ਨਵੀਂ ਫਾਰਮੇਸ਼ਨ ਹੋ ਰਹੀ ਹੈ, ਕਿਤੇ ਉਹ ਆਪਣੇ ਮੂਲ ਤੱਤ ਨੂੰ ਗਵਾਚ ਰਿਹਾ। ਸੋ ਆ ਜਾ ਕੇ ਸਰੀਰ ਦੀ ਇੱਕ ਇਕਾਈ ਤੋਂ ਲੈ ਕੇ ਬ੍ਰਹਿਮੰਡ ਦੀ ਰਚਨਾ ਤੱਕ ਜਿਹੜੀ ਸਾਰੀ ਕਾਰ ਆ ਉਹ ਚੱਲ ਤੇ ਸੰਯੋਗ ਤੇ ਵਿਯੋਗ ਨਹੀਂ ਰਹੀ ਹੈ। ਤੇ ਉਸ ਸੰਯੋਗ ਤੇ ਵਿਯੋਗ ਨੂੰ ਸਮਝਣਾ ਹੈ ਮਨੁੱਖ ਦੀ ਮਾਨਸਿਕਤਾ ਨੇ। ਸਮਝਣਾ ਉਦੋਂ ਆ ਜਦੋਂ ਆਤਮਿਕ ਤੌਰ ਤੇ ਗਿਆਨ ਉਹਨੇ ਦੇਣਾ। ਸਮਾਂ ਨਿਰਧਾਰਤ ਕੋਈ ਨਹੀਂ, ਪਰ ਉਹਦੇ ਵਿੱਚ ਇਹ ਹੈ ਕਿ ਵੇਖੋ ਮਨੁੱਖ ਨੂੰ ਮਨ ਵੀ ਦਿੱਤਾ ਉਹਨੇ। ਉਹ ਮਨ ਜਿਹੜਾ ਜਿਹਦਾ ਆਕਾਰ ਕੋਈ ਨਹੀਂ, ਅਸੀਂ ਜਦੋਂ ਮੈਡੀਕਲੀ ਕਿਸੇ ਮਰੀਜ਼ ਨੂੰ ਪੋਸਟਮਾਰਟਮ ਵੀ ਕਰਦੇ ਆ ਤਾਂ ਸਾਨੂੰ ਸਰੀਰ ਦੇ ਕਈ ਅੰਗ ਦਿਸਦੇ ਨੇ, ਪਰ ਮਨ ਹੈ ਨਹੀਂ। ਪਰ ਸਾਰੀ ਗੱਲ ਜਿਹੜੀ ਹੈ ਉਹ ਅਖੀਰ ਤੋਂ ਲੈ ਕੇ ਜਿੱਥੋਂ ਵੀ ਸ਼ੁਰੂ ਕਰ ਲਓ ਉਹ ਟਿਕਦੀ ਮਨ ਤੇ ਆ ਕੇ। ਅਸੀਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਇਹ ਮਨ ਸੁੰਦਰ ਆਪਣਾ, ਮਨ ਵੇਚੇ ਸਤਿਗੁਰ ਕੇ ਪਾਸ। ਮਤਲਬ ਕਿ ਜਿੱਥੇ ਵੀ ਗੱਲ ਮਨ ਦੀ ਹੋ ਰਹੀ ਹੈ, ਪਰ ਮਨ ਜਿਹੜਾ ਮਨੁੱਖ ਦੀ ਆਤਮਾ ਦਾ ਇਹੋ ਜਿਹਾ ਸੂਖਮ ਸਿਰਾ ਹੈ, ਇੱਕ ਅੰਤਮ ਜਿਹੜਾ ਓਪੀਨੀਅਨ ਮੇਕਰ ਹੈ, ਉਹ ਲੱਭਦਾ ਕਿਤੇ ਨਹੀਂ। ਤੇ ਜਦੋਂ ਅਸੀਂ ਇਹਨੂੰ ਵਿਚਾਰ ਸਾਗਰ 'ਚ ਵੇਖਦੇ ਹਾਂ ਅਧਿਆਤਮਕਵਾਦ ਦੇ ਦਾਇਰੇ ਦੇ ਵਿੱਚ, ਤੇ ਮਨ ਦੀਆਂ ਵੀ 4 ਅਵਸਥਾਵਾਂ ਨੇ, ਔਰ ਉਹ ਅਵਸਥਾਵਾਂ ਜਿਹੜੀਆਂ ਨੇ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਅਵਸਥਾਵਾਂ ਵਾਪਰ ਰਹੀਆਂ ਨੇ। ਉਹ ਚਿੱਤ ਹੈ, ਬੁੱਧ ਹੈ, ਵਿਚਾਰ ਹੈ, ਆਹੰਗ ਹੈ। ਤੇ ਜਿੰਨਾ ਵੀ ਸੰਸਾਰ ਦਾ ਕਾਰ ਹੋ ਰਿਹਾ, ਜਿਹਨੂੰ ਅਸੀਂ ਸਮਝਣਾ ਹੈ, ਸੰਯੋਗ ਤੇ ਵਿਯੋਗ ਦੇ ਦਾਇਰੇ 'ਚ ਰਹਿੰਦੇ ਆ, ਉਹ ਮਨ ਦੀਆਂ ਇਹਨਾਂ 4 ਅਵਸਥਾਵਾਂ 'ਚ ਚੱਲ ਰਿਹਾ, ਚਿੱਤ, ਬੁੱਧ, ਵਿਚਾਰ ਤੇ ਆਹੰਗ। ਹੁਣ ਸਮੱਸਿਆ ਚਿੱਤ ਤਾਂ ਬੱਚੇ ਦਾ ਵੀ ਕਰ ਰਿਹਾ ਕਿ ਮੈਂ ਉਸ ਖਿਡੌਣੇ ਨਾਲ ਖੇਡਾਂ, ਖੇਡਣ ਦੇ ਵਾਸਤੇ ਉਹਦਾ ਚਿੱਤ ਕੀਤਾ, ਵਿਚਾਰ ਬਣਿਆ ਮੈਂ ਖਿਡੌਣੇ ਨੂੰ ਜਾ ਕੇ ਚੁੱਕਾਂ। ਜਦੋਂ ਵਿਚਾਰ ਗਿਆ ਤਾਂ ਬੁੱਧੀ ਨੇ ਕਿਹਾ ਤੂੰ ਐਵੇਂ ਖੇਡਣਾ, ਤੇ ਜਦੋਂ ਨਹੀਂ ਹੋਗਾ ਕਿ ਖਿਡੌਣਾ ਮੇਰਾ ਹੈ, ਫਿਰ ਅਹੰਕਾਰ ਨੇ ਜਨਮ ਲੈ ਲਿਆ। ਦਰਅਸਲ ਸਾਡੀ ਬਾਲ ਬੁੱਧ ਹੀ ਮੇਰੇ ਖਿਆਲ ਨਾਲ ਸਾਰੀ ਉਮਰ ਦੇ ਚ ਲੰਘ ਜਾਂਦੀ ਹੈ ਕਿ ਚਿੱਤ ਦੇ ਵਿੱਚ ਕਾਰਜ ਦਾ ਵਿਚਾਰ ਵੀ ਆਉਂਦਾ ਹੈ, ਵਿਚਾਰ ਤੋਂ ਬਾਅਦ ਬੁੱਧ ਚ ਪ੍ਰਕਾਸ਼ ਵੀ ਹੁੰਦਾ ਹੈ। ਪਰ ਜਦੋਂ ਮਨੁੱਖ ਕਹਿੰਦਾ ਹੈ ਕਿ ਸਭ ਕੁਝ ਮੇਰਾ ਹੈ, ਉਹ ਫਿਰ ਜਿਹੜਾ ਮੈਂ ਦਾ ਅਹੰਕਾਰ ਹੈ, ਚੌਥੀ ਅਵਸਥਾ, ਉਸ ਅਵਸਥਾ ਦੇ ਵਿੱਚ ਹੀ ਮਨੁੱਖ ਆਪਣਾ ਸਾਰਾ ਜੀਵਨ ਗਵਾ ਲੈਂਦਾ। ਪਰ ਜੇਕਰ ਅਸੀਂ ਉੱਥੇ ਸਮਝ ਲਈਏ ਕਿ ਚਿੱਤ, ਬੁੱਧ ਤੇ ਵਿਚਾਰ
ਇਹ ਸਭ ਕੁਝ ਉਹਦੀ ਕਿਰਪਾ ਦੇ ਸਦਕਾ ਹੈ। ਉਹਨੇ ਕਦੋਂ ਬੁੱਧ ਬਖਸ਼ਣੀ ਹੈ, ਉਹਨੇ ਚਿੱਤ ਦੇ ਵਿੱਚ ਕਿਵੇਂ ਦਾ ਆਤਮਿਕ ਗਿਆਨ ਦੇਣਾ ਹੈ। ਤਾਂ ਮੇਰੇ ਖਿਆਲ ਦੇ ਨਾਲ ਸੰਸਾਰ ਦੀ ਇਸ ਕਾਰ ਨੂੰ ਸਮਝ ਕੇ ਅਸੀਂ ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਕਿਉਂਕਿ ਮਨੁੱਖ ਦੀ ਜਿਹੜੀ ਆਤਮਾ, ਤਾਂ ਜੇਕਰ ਅਸੀਂ ਅੰਤਮ ਸਿਰਾ ਮਨ ਨੂੰ ਗਿਣਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਮਨ ਤੇ ਸੁਰਤ ਦਾ ਬਲਵਾਨ ਹੋਣਾ ਇਹ ਧਰਮ ਦਾ ਅੰਤਮ ਸਿਰਾ ਹੈ। ਨਹੀਂ, ਜਿੱਦਾਂ ਤੁਸੀਂ ਕਹਿੰਦੇ ਮਨ ਜਿਹੜਾ ਉਹਨੂੰ ਆਪਾਂ ਗਿਣ ਲਈ ਅੰਤਮ ਸਿਰਾ ਹੈ ਨਾ, ਬਿਲਕੁਲ। ਪਰ ਅਸੀਂ ਅੰਤਮ ਤਾਂ ਗਿਣੀਏ ਜੇ ਸਾਨੂੰ ਉਹਦਾ ਸ਼ੁਰੂ ਦਾ ਪਤਾ ਹੋਵੇ। ਨਹੀਂ, ਮੈਂ ਤੁਹਾਨੂੰ ਕਿਹਾ ਕਿ ਮਨੁੱਖ ਦੀ ਮਾਨਸਿਕਤਾ ਦਾ ਅੰਤਮ ਸਿਰਾ, ਮਾਨਸਿਕਤਾ ਸ਼ੁਰੂਆਤ ਹੈ, ਹਾਂ, ਚਿੱਤ ਸ਼ੁਰੂਆਤ ਹੈ, ਅੰਤਮ ਸਿਰਾ ਮਨ ਹੈ। ਪਰ ਮਨ ਜਿਹੜਾ ਅੰਤਮ ਸਿਰਾ ਮਨੁੱਖ ਦੀ ਮਾਨਸਿਕਤਾ ਦਾ, ਹਾਂ, ਇਹ ਅੰਤਮ ਮੰਜ਼ਿਲ ਨਹੀਂ ਹੈ। ਮੰਜ਼ਿਲ ਤਾਂ ਜੋਤ ਸਰੂਪ ਹੈ, ਤੇ ਉਹਦੇ ਵਾਸਤੇ ਲੋੜ ਕੀ ਹੈ? ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਬਾਣੀ ਦੇ ਸਦਕਾ ਮਨ ਨੇ ਇਸ ਰਾਹ ਦੇ ਉੱਪਰ ਪ੍ਰਵਾਹ ਕਰਕੇ ਉਹਦੇ 'ਚ ਭੇਦ ਹੋਣਾ ਹੈ। ਇਹ ਮਾਨਸਿਕਤਾ ਦਾ ਅੰਤਮ ਸਿਰਾ ਹੈ, ਪਰ ਮਨ ਦਾ ਜਿਹੜਾ ਅੰਤਮ ਸਿਰਾ ਹੈ ਉਹ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਤੇ ਜੇ ਆਪਾਂ ਗੁਰਬਾਣੀ ਦੇ ਵਿੱਚ ਹੀ ਲਾਈਏ, ਆਪਾਂ ਗੁਰਬਾਣੀ ਦੇ ਵਿਸ਼ੇ ਤੇ ਤੁਰ ਪਈਏ, ਤੇ ਨਾਲੇ ਕਹਿੰਦੇ ਆ ਮਨ ਨੂੰ ਵੇਚ ਦਿਓ ਜੀ, ਮਨ ਵੇਚੇ ਸਤਿਗੁਰ ਕੇ ਪਾਸ ਤੀ ਸੇਵ ਕੇ ਕਾਰਜ ਰਸ। ਫਿਰ ਨਾਲੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਜੀ, ਆਪਣਾ ਮੂਲ ਪਛਾਣ। ਜੀ ਜੀ, ਬਿਲਕੁਲ ਠੀਕ। ਫਿਰ ਅਸੀਂ ਇੱਕ ਪਾਸੇ ਕਹਿੰਦੇ ਵੀ ਮਨ ਨੂੰ ਮਾਰਨਾ ਆ ਤਾਂ ਗੱਲ ਬਣਨੀ, ਜਦ ਤੱਕ ਮਨ ਨਹੀਂ ਮਰਦਾ ਉਦੋਂ ਤੱਕ ਗੱਲ ਨਹੀਂ ਬਣਨੀ। ਬਿਲਕੁਲ ਠੀਕ ਹੈ, ਕਿਉਂਕਿ ਪਰ ਦੇਖੋ ਕਿੰਨੇ ਪੱਖ ਆ ਗਏ ਨਾ ਜੀ। ਮੈਂ ਸ਼ੁਰੂ 'ਚ ਹੀ ਹੈ, ਅਵਸਥਾਵਾਂ ਹੀ ਚਾਰ ਨੇ। ਹਾਂਜੀ, ਵੇਚਣਾ ਮਨ ਨੂੰ ਜਿਹੜਾ ਉਹ ਸਮਰਪਣ ਕਰ ਦੇਣਾ ਕਿ ਗੁਰੂ ਦਾ ਹੈ। ਵੇਚ ਦੇਣਾ, ਉਹ ਸਮਰਪਣ ਕਰਨਾ ਹੈ। ਜੋਤ ਸਰੂਪ ਇਸ ਕਰਕੇ ਹੈ ਕਿ ਸਮਰਪਣ ਹੀ ਮਨ ਦਾ ਹੋਣਾ ਹੈ। ਤਨ ਦਾ ਸਮਰਪਣ ਤੁਸੀਂ ਕਰ ਨਹੀਂ ਸਕਦੇ, ਤਨ ਤਾਂ ਉਹਦਾ ਦਿੱਤਾ ਹੋਇਆ। ਮਨ ਜਿਹੜਾ ਉਹਦਾ ਆਤਮਿਕ ਅੰਸ਼ ਹੈ, ਦਿੱਤਾ ਉਹ ਵੀ ਉਹਦਾ ਹੋਇਆ। ਸਮਰਪਣ ਹੀ ਉਹਦਾ ਹੋਣਾ, ਵੇਚਣਾ ਵੀ ਉਹਨੂੰ ਪੈਣਾ, ਤੇ ਉਹਦੇ ਮਾਰਗ ਤੇ ਚਲਾਉਣਾ ਵੀ ਉਹਨੂੰ ਪੈਣਾ। ਫੇ ਇੱਥੇ ਬਸ ਨਹੀਂ ਹੋ ਜਾਂਦੀ। ਮਨ ਜਿਹੜਾ ਹੈ ਨਾ, ਉਹ ਕੋਈ ਕੱਲੀ ਉਹਦੀ ਚੀਜ਼ ਨਹੀਂ ਲੱਗਦੀ ਮੈਨੂੰ, ਕਿਉਂਕਿ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਆਪਰੇਸ਼ਨ ਕੀਤਾ ਤੇ ਤੁਹਾਨੂੰ ਕਿਤੇ ਲੱਭਾ ਨਹੀਂਗਾ, ਤੇ ਸਾਰਾ ਸਰੀਰ ਉਹਦੇ ਆਸੇ-ਪਾਸੇ ਘੁੰਮੀ ਜਾਂਦਾ, ਸਾਰੇ ਸਰੀਰ ਨੂੰ ਕਮਾਂਡ ਕਰੀ ਜਾਂਦਾ। ਬਿਲਕੁਲ। ਪਰ ਤੁਹਾਨੂੰ ਲੱਭਦਾ ਕਿਤੇ ਨਹੀਂ ਸਰੀਰ ਦੇ ਵਿੱਚੋਂ, ਤੇ ਉਹ ਸਰੀਰ ਦੇ ਵਿੱਚੋਂ ਤੁਹਾਨੂੰ ਲੱਭਦਾ ਨਹੀਂਗਾ, ਪਰ ਸਾਰਾ ਸਰੀਰ, ਸਾਰਾ ਜੀਵਨ ਜਿਹੜਾ ਆ ਉਹਦੇ ਆਸੇ-ਪਾਸੇ ਘੁੰਮੀ ਜਾਂਦਾ। ਫਿਰ ਅਸੀਂ ਉਹਨੂੰ ਸਤਿਗੁਰ ਨੂੰ ਵੀ ਦੇਣਾ ਆ, ਉੱਤੇ ਕਾਬੂ ਵੀ ਕਰਨਾ ਆ, ਉਹਦੇ ਆਸਰੇ ਨਾਲ ਵੀ ਚੱਲਣਾ ਆ। ਫਿਰ ਜੋਤ ਸਰੂਪ ਵੀ ਉਹੀ ਆ। ਬਿਲਕੁਲ, ਕਾਫੀ ਗੁਜ਼ਰਾ ਆ। ਬਿਲਕੁਲ ਤਕੜਾ ਜਾਲ ਜਿਹਾ ਹੈਗਾ। ਪਰ ਤੁਸੀਂ ਵਿਦਵਾਨ ਆ, ਆਪਾਂ ਨਾ ਹੋਰ ਥੋੜੀ ਦੇਰ ਬਾਅਦ ਆ ਜਿਹੜਾ ਆਪਣਾ ਪ੍ਰੋਗਰਾਮ ਦੂਸਰਾ ਪੜਾਅ ਆਊਗਾ, ਇਹਦੇ ਵਿੱਚ ਇਹਨੂੰ ਥੋੜਾ ਜਿਹਾ ਹੋਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹ ਜਿਹੜੀ ਗੁੰਝਲ ਆ ਇਹਨੂੰ ਵੀ ਆਪਾਂ ਥੋੜਾ ਸੁਲਝਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਦੁਨੀਆ ਦੇ ਵਿੱਚ ਆਮ ਤੌਰ ਤੇ ਗਿਣਦੇ ਆ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਵਿਕਾਰ। ਪੰਜ ਵਿਕਾਰ ਬਹੁਤ ਵੱਡੀ ਗਾਲ ਆ। ਗਾਲ ਆ ਕਿਸਮ ਦੀ ਵਿਕਾਰ, ਭੈੜੀਆਂ ਚੀਜ਼ਾਂ ਸਾਨੂੰ ਭੈੜੇ ਪਾਸੇ ਲੈ ਕੇ ਜਾਂਦੇ ਆ, ਸਾਡਾ ਜੀਵਨ ਸਾਰਾ ਖਰਾਬ ਕਰ ਦਿੰਦੇ ਆ, ਸਤਿਆਨਾਸ਼ ਕਰ ਦਿੰਦੇ ਆ, ਜੀਵਨ ਦੇ ਪੱਲੇ ਕੁਛ ਨਹੀਂ ਛੱਡਦਾ। ਇਹਨੂੰ ਅਸੀਂ ਮਾਰਨਾ ਆ। ਆਮ ਅਸੀਂ ਸੁਣਦੇ ਹਾਂ ਵਿਚਾਰਾਂ ਦੇ ਵਿੱਚ, ਗੱਲਾਂ ਦੇ ਵਿੱਚ, ਇਹਨੂੰ ਅਸੀਂ ਮਾਰਨਾ ਆ। ਤੇ ਉਹਨਾਂ ਦੀ ਕਮਾਂਡ ਜਿਹੜੀ ਪੰਜਾਂ ਦੀ, ਮੇਰੇ ਹਿਸਾਬ ਨਾਲ ਉਹ ਮਨ ਦੇ ਹੱਥ ਵਿੱਚ ਆ। ਉਹਨਾਂ ਪੰਜਾਂ ਦੀ ਕਮਾਂਡ, 5 ਕਾਮ, ਕ੍ਰੋਧ, ਲੋਭ, ਹੰਕਾਰ, ਸਰੀਰ ਨੂੰ ਚਲਾਉਣ ਵਾਲੀਆਂ ਵੱਡੀਆਂ ਤਾਕਤਾਂ, ਔਰ ਉਹਨਾਂ ਪੰਜਾਂ ਦੀ ਤਾਕਤ ਜਿਹੜੀ ਆ ਉਹ ਮਨ ਦੇ ਕੋਲ ਆ। ਤੇ ਮਨ ਸਾਨੂੰ ਪਤਾ ਨਹੀਂ ਕਿੱਥੇ ਬੈਠਾ, ਉਹਨੂੰ ਕਿੱਥੇ ਲੱਭਣਾ, ਕਿੱਦਾਂ ਲੱਭਣਾ, ਕਿੱਦਾਂ ਉਹਨੂੰ ਮਾਰਨਾ, ਜਿਹਦਾ ਸਾਨੂੰ ਪਤਾ ਹੀ ਨਹੀਂਗਾ। ਉਹਦੇ ਵਾਸਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਇੱਥੇ ਥੋੜੀ ਜਿਹੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਸਾਨੂੰ ਆਨੰਦ ਮਿਲੇ, ਸਾਨੂੰ ਵੀ ਰਸ ਮਿਲੇ। ਕਿਉਂਕਿ ਆਪਾਂ ਕੋਈ ਸਿਆਸੀ ਗੱਲਾਂ ਨਹੀਂ ਕਰਨੀਆਂ, ਅਸੀਂ ਆਪਣਾ ਰਸ ਲੈਣਾ ਅਕਾਲ ਪੁਰਖ ਵਾਹਿਗੁਰੂ ਦਾ ਉਸਤਤ ਕਰਕੇ, ਉਹਦੇ ਨਾਂ ਤੇ ਤੂੰ ਹੀ ਤੂੰ ਦੇ ਪ੍ਰੋਗਰਾਮ ਦੇ ਵਿੱਚ ਜੋ ਆਪ ਜੀ ਦੇਖ ਰਹੇ ਹੋ। ਅਸੀਂ ਅਗਲੇ ਭਾਗ ਦੇ ਵਿੱਚ ਇਹ ਵਿਚਾਰ ਕਰਨ ਜਾ ਰਹੇ ਹਾਂ ਕਿ ਜਿਹੜਾ ਮਨ ਹੈ ਉਹਨੂੰ ਕਿੱਦਾਂ ਲੱਭੀਏ, ਕਿੱਦਾਂ ਕਰੀਏ, ਉਹ ਕੀ ਚੀਜ਼ ਹੈਗੀ ਆ, ਕਿੱਦਾਂ ਉਹਨੂੰ ਮਾਰਨਾ, ਕਿੱਦਾਂ ਉਹਨੂੰ ਕਾਬੂ 'ਚ ਕਰਨਾ, ਅਗਲੇ ਪ੍ਰੋਗਰਾਮ ਦੇ ਵਿੱਚ। ਤੂੰ ਹੀ ਤੂੰ ਦੇ ਦੂਸਰੇ ਭਾਗ ਦੇ ਵਿੱਚ ਅਸੀਂ ਆਪ ਜੀ ਨਾਲ ਉਹੀ ਜਿਹੜੇ ਵਿਚਾਰ ਪਹਿਲਾਂ ਕੀਤੇ ਸੀ ਉਹ ਹੋਰ ਖੋਲਾਂਗੇ, ਹੋਰ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਹੈ ਕਿ ਤੁਸੀਂ ਸਾਡਾ ਸਾਥ ਦੇਵੋਗੇ। ਹਾਂਜੀ ਡਾਕਟਰ ਸਾਹਿਬ, ਆਪਾਂ ਵਿਚਾਰ ਕਰ ਰਹੇ ਸੀ ਮਨ ਦੀ ਗੱਲ। ਹਾਂ, ਵਿਕਾਰਾਂ ਦੇ ਉੱਪਰ ਮਨ ਕਾਬੂ ਪਾ ਸਕਦਾ, ਵਿਕਾਰਾਂ ਦੇ ਉੱਤੇ ਮਨ ਕਾਬੂ ਪਾ ਸਕਦਾ। ਤੇ ਜੋ ਅਸੀਂ ਆਮ ਤੌਰ ਤੇ ਸੁਣਦੇ ਹਾਂ ਉਹ ਇਹ ਹੁੰਦਾ
ਕਿ ਵਿਕਾਰਾਂ ਦਾ ਜਨਮਦਾਤਾ ਜਿਹੜਾ ਉਹ ਮਨ ਹੈ, ਬਿਲਕੁਲ ਜੀ, ਜੋ ਅਸੀਂ ਸੁਣਦੇ ਹਾਂ। ਬਿਲਕੁਲ ਜੇ ਤੁਹਾਡੇ ਹਿਸਾਬ ਨਾਲ ਲਈਏ ਤੇ ਤਾਂ ਵੀ ਉਹੋ ਹੀ ਆ, ਬਿਲਕੁਲ ਜਿਹੜਾ ਕਿਸੇ ਚੀਜ਼ ਨੂੰ ਪੈਦਾ ਕਰ ਸਕਦਾ ਉਸ ਚੀਜ਼ ਨੂੰ ਖਤਮ ਵੀ ਕਰ ਸਕਦਾ। ਜੀ ਬਿਲਕੁਲ ਜੇ ਮਨ ਵਿਕਾਰਾਂ ਨੂੰ ਪੈਦਾ ਕਰਦਾ ਜਾਂ ਕਰ ਸਕਦਾ ਤੇ ਵਿਕਾਰਾਂ ਨੂੰ ਖਤਮ ਵੀ ਜਿਹੜਾ ਮਨ ਕਰ ਸਕਦਾ। ਬਿਲਕੁਲ ਪਰ ਮਨ ਜਿਹੜਾ ਹੈ ਉਹ ਸਾਡੇ ਸਰੀਰ ਦੇ ਵਿੱਚ ਕੋਈ ਦੇਖਣ ਨੂੰ ਸਾਨੂੰ ਨਹੀਂ ਲੱਭਦਾ, ਪਰ ਗੁਰਬਾਣੀ ਦੇ ਵਿੱਚ ਜੇ ਉਹਦਾ ਜ਼ਿਕਰ ਬਹੁਤ ਆਉਂਦਾ ਤੇ ਉਹ ਜ਼ਰੂਰੀ ਆ ਕਿ ਮਨ ਹੈਗਾ। ਜੀ ਜੀ ਤੇ ਦੂਸਰੇ ਪਾਸੇ ਜਿਹੜੇ ਅਸੀਂ ਸਾਡੇ 5 ਵਿਕਾਰ ਜਿਹੜੇ ਅਸੀਂ ਕਹਿੰਦੇ ਆ, ਕਾਮ, ਕ੍ਰੋਧ, ਲੋਭ, ਹੰਕਾਰ, ਤੇ ਉਹ ਵੀ ਸਾਡੇ ਸਰੀਰ ਦਾ ਇੱਕ ਮੇਨ ਹਿੱਸਾ ਆ। ਇਹ 5 ਵਿਕਾਰ ਤੇ 5 ਨੂੰ ਅਸੀਂ ਮਾਰਨ ਦੀ ਗੱਲ ਕਰਦੇ ਆ, ਤੇ ਮਨ ਜਿਹੜਾ ਆ ਉਹ ਇਹਨਾਂ 5 ਨੂੰ ਕਮਾਂਡ ਦੇ ਰਿਹਾ। 5 ਦੀ ਕਮਾਂਡ ਜਿਹੜੀ ਆ ਉਹ ਇਸ ਮਨ ਦੇ ਕੋਲ ਆ, ਤੇ ਮਨ ਦੀ ਪ੍ਰਕਿਰਿਆ ਜਿਹੜੀ ਆ ਬਚਪਨ ਤੋਂ ਲਾ ਕੇ ਸਾਡੇ ਮਰਨ ਤੱਕ ਸਾਡੇ ਨਾਲ ਜਾਂਦੀ ਹੈ। ਬਿਲਕੁਲ ਇਹ ਵੀ ਨਹੀਂ ਕਿ ਹੈਗਾ ਕਿ 50 ਸਾਲ ਤੋਂ ਬਾਅਦ ਮਨ ਪਰੇ ਬਹਿ ਜਾਂਦਾ ਤੇ ਫਿਰ ਬੰਦਾ ਸੌਖਾ ਹੋ ਜਾਂਦਾ, ਐਦਾਂ ਤਾਂ ਹੈ ਨਹੀਂ। ਪਰ ਇਹ ਵੀ ਗੱਲ ਨਹੀਂ ਕਿ 10 ਸਾਲ ਪਹਿਲੇ ਕੋਈ ਮਨ ਦੀ ਕੋਈ ਰੌਲਾ ਨਹੀਂ ਹੁੰਦਾ ਤੇ ਮਨ ਜਿਹੜਾ 11ਵੇਂ ਸਾਲ 'ਚ ਜਾ ਕੇ ਸ਼ੁਰੂ ਹੁੰਦਾ, ਐਦਾਂ ਦੀ ਵੀ ਕੋਈ ਗੱਲ ਨਹੀਂ ਗੀ। ਤੇ ਜੇ ਆਪਾਂ ਇਹਨੂੰ ਸਾਰਿਆਂ ਨੂੰ ਦੇਖੀਏ ਕਿ ਜਦੋਂ ਬੱਚੇ ਦਾ ਜਨਮ ਹੋਇਆ, ਬੱਚੇ ਦੇ ਜਨਮ ਤੋਂ ਹੀ ਮਨ ਦੀ ਪ੍ਰਕਿਰਿਆ ਜਿਹੜੀ ਆ ਉਹਦੇ ਨਾਲ ਆ ਗਈ। ਜਿੰਨਾ ਮਨ ਦਾ ਇਸਤੇਮਾਲ ਬੱਚਾ ਕਰਦਾ ਸ਼ਾਇਦ ਬੁੱਢਾ ਉਹਨਾਂ ਨਾ ਕਰਦਾ। ਅੱਜ ਦੀ ਵਿਗਿਆਨ ਜਿਹੜੀ ਹੈ ਉਹ ਇਸ ਗੱਲ ਤੇ ਆ ਕੇ ਟਿਕ ਗਈ ਹੈ ਕਿ ਜਦੋਂ ਅਸੀਂ ਬੱਚੇ ਦੀ ਡੇਟ ਆਫ ਜਿਹੜੀ ਬਰਥ ਹੈ ਨਿਰਧਾਰਿਤ ਕਰਦੇ ਆ ਨਾ, ਤੇ ਕਹਿੰਦੇ ਕਿ ਉਹ ਬੱਚੇ ਦੀ ਸੰਸਾਰ ਚ ਆਉਣ ਦੀ ਤਰੀਕ ਤਾਂ ਹੈ ਪਰ ਉਹਦੀ ਜਨਮ ਦੀ ਤਰੀਕ ਨਹੀਂ ਹੈ। ਜਨਮ ਤਰੀਕ ਨਹੀਂ, ਉਹਦੀ ਜਿਹੜੀ ਜਨਮ ਤਰੀਕ ਆ ਸਾਨੂੰ ਮੇਰੇ ਖਿਆਲ ਦੇ ਨਾਲ ਬੜੀ ਸੂਖਮਤਾ ਦੇ ਨਾਲ ਸਮਝਣਾ ਪਵੇਗਾ ਕਿ ਮਨ ਦਾ ਵਿਕਾਸ ਕਿੱਥੇ ਸ਼ੁਰੂ ਹੋ ਜਾਂਦਾ। ਸਾਡੇ ਪ੍ਰਾਤਨ ਸਰੋਤਾਂ 'ਚ ਜਿਹੜੇ ਉਹਨਾਂ 'ਚ ਜ਼ਿਕਰ ਆਉਂਦਾ ਹੈ ਕਿ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਭਵ ਲਿਓ। ਸੋ ਪ੍ਰਕਾਸ਼ ਤੇ ਭਵ ਦਾ ਜਿਹੜਾ ਅੰਤਰ ਹੈ ਕਿ ਜਦੋਂ ਸਪਰਮ ਦਾ ਤੇ ਐਗ ਦਾ ਮਿਲਾਪ ਹੈ ਜਿਹੜਾ ਪ੍ਰਕਾਸ਼ ਤਾਂ ਉਸ ਵੇਲੇ ਹੋ ਜਾਂਦਾ, ਤੇ ਜਿਹੜੇ ਮਨ ਦੀ ਬਣਤਨ ਦੀ ਪ੍ਰਕਿਰਿਆ ਚੇਤਨ ਰੂਪ ਦੇ ਵਿੱਚ ਉਦੋਂ ਸ਼ੁਰੂ ਹੋ ਜਾਂਦੀ ਹੈ। ਸੋ ਮਨ ਦਾ ਵਿਕਾਸ ਕਿੰਨੀ ਛੋਟੀ ਅਵਸਥਾ 'ਚ ਸ਼ੁਰੂ ਹੋਇਆ, ਜਦੋਂ ਮਨੁੱਖ ਦਾ ਅਜੇ ਸੂਥਲ ਸਰੀਰ ਹੋਣ ਦੇ ਵਿੱਚ ਵੀ ਨਹੀਂ ਆਇਆ। ਸੋ ਇਸ ਮਨ ਦੀ ਇਸ ਪ੍ਰਕਿਰਿਆ ਜਿਹੜੀ ਹੈ ਉਸ ਦਾ ਜਿਹੜਾ ਕਹਿ ਸਕਦੇ ਆ ਕਿ ਆਰੰਭ ਦੀ ਪ੍ਰਕਿਰਿਆ ਹੈ ਉਹ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਪ੍ਰਕਾਸ਼ ਦੀ ਅਵਸਥਾ ਦੇ ਵਿੱਚ ਹੀ ਆਉਣਾ ਸ਼ੁਰੂ ਹੋ ਜਾਂਦਾ। ਤੇ ਜੇ ਆਪਾਂ ਇਹਨੂੰ ਦੂਏ ਤਰ੍ਹਾਂ ਲੱਗ ਲਈਏ ਜੀ ਕਿ ਮਨ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੋ ਗਈ ਜਦੋਂ ਉਹਦਾ ਸਰੀਰ ਅਜੇ ਹੋਂਦ ਵਿੱਚ ਨਹੀਂ ਆਇਆ। ਬਿਲਕੁਲ ਜੀ, ਅਜੇ ਸ਼ੁਰੂਆਤ ਹੋਈ ਹੈ। ਪਰ ਜੇ ਆਪਾਂ ਇਹਨੂੰ ਦੂਏ ਤਰ੍ਹਾਂ ਦੇਖ ਲਈਏ ਕਿ ਜਦੋਂ ਆਤਮਾ ਜੀ ਦਾ ਜਨਮ ਹੋਇਆ, ਬਸ ਆਤਮਾ ਦਾ ਜਨਮ ਪ੍ਰਕਾਸ਼ ਹੈ। ਜਿਹੜਾ ਆਤਮਾ ਦਾ ਜਦੋਂ ਜਨਮ ਹੋਇਆ ਤੇ ਉਹ ਮਨ ਕਰਕੇ ਹੀ ਹੈ, ਉਹ ਹਾਂ। ਮਨ ਕਰਕੇ ਹੀ ਹੈ। ਜੇ ਮੈਂ ਇਸ ਚੀਜ਼ ਨਾਲ ਸਹਿਮਤ ਹਾਂ, ਮਨ ਕਰਕੇ ਹੀ ਆ। ਇਹ ਕਹਿ ਸਕਦੇ ਆ ਕਿ ਉਹਦਾ ਜਿਹੜਾ ਪਰਛਾਵਾਂ ਹੈ, ਬਿਲਕੁਲ ਕਿਸੇ ਰੂਪ ਚ ਵੀ ਵੇਖ ਲਓ, ਉਹ ਕਿਸੇ ਰੂਪ ਦੇ ਵਿੱਚ ਜਿਹੜਾ ਆਤਮਾ ਦਾ ਜਦੋਂ ਆਤਮਾ ਆਈ ਤਾਂ ਆਤਮਾ ਦੇ ਨਾਲ ਹੀ ਮਨ ਦਾ ਜਿਹੜਾ ਤੇ ਉਹਦੇ ਨਾਲ ਜਿਹੜੀ ਚੇਤਨਤਾ ਹੈ ਉਹ ਮਨ ਹੀ ਹੈ। ਮਨ ਹੈ। ਹੁਣ ਜਿਹੜੇ ਵਿਕਾਰ ਨੇ, ਦਰਅਸਲ ਇਹ ਸਾਨੂੰ ਵੀ ਪਤਾ ਕਿ ਇਹ ਜਿਹੜੇ ਵਿਕਾਰ ਨੇ ਦਰਅਸਲ ਆਮ ਹਾਲਾਤਾਂ 'ਚ ਮਨੁੱਖ ਦਾ ਕਾਬੂ ਨਹੀਂ। ਪਰ ਇਹ ਵਿਕਾਰ ਜਿੰਨੇ ਵੀ ਨੇ, ਚਾਹੇ ਉਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਸਾਰੇ ਹੀ ਇੱਕ ਊਰਜਾ ਦੀਆਂ ਅਵਸਥਾਵਾਂ ਨੇ। ਸ਼ਕਤੀ ਮੇਰੇ ਸਾਹਮਣੇ ਸ਼ਕਤੀ ਹੈ, ਇੱਕ ਊਰਜਾ ਹੈ ਜਿਹਨੂੰ એનર્ਜੀ ਕਹਿ ਸਕਦੇ ਹਾਂ। ਹੁਣ ਜਿਹੜਾ ਦੁਨੀਆ ਦਾ ਵੀ ਇੱਕ ਸਿਧਾਂਤ ਹੈ ਕਿ એનર્ਜੀ ਕੈਨ ਨੈਵਰ ਬੀ ਜਨਰੇਟਡ ਨੋਟ ਡਿਸਟਰੋਇਡ। એનર્ਜੀ ਨੂੰ ਤੁਸੀਂ ਆਪਣੀ ਇਕੱਲੀ ਸਰੀਰਕ ਤਾਕਤ ਦੇ ਨਾਲ ਨਾ ਖਤਮ ਕਰ ਸਕਦੇ ਹੋ, ਨਾ ਇਹਨੂੰ ਪੈਦਾ ਕਰ ਸਕਦੇ ਹੋ। ਹੁਣ ਜੇਕਰ ਅਸੀਂ ਦੁਨੀਆ ਦੇ ਸਿਧਾਂਤਾਂ ਦੇ ਵਿੱਚ ਇਸ એનર્ਜੀ ਥਿਊਰੀ ਦੇ ਮੱਦੇਨਜ਼ਰ ਗੁਰਮਤਿ ਜੀਵਨ ਜਾਂਚ ਵੇਖਦੇ ਹਾਂ ਤਾਂ ਜਿੱਥੇ ਕਹਿੰਦੇ ਨੇ ਕਿ ਸਾਰਾ ਜਿਹੜਾ ਪਸਾਰਾ ਹੈ ਉਹ ਹੈ ਵੀ એનર્ਜੀ ਦਾ, ਜੋਤ ਵੀ એનર્ਜੀ ਹੈ, ਜੋਤੀ ਅੰਦਰ ਧਰਿਆ ਪਸਾਰ। ਤੇ ਕਹਿੰਦੇ ਨੇ ਕਿ ਜਮੀ ਜਵਾ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਵਾਦ ਹੈ, ਨਾ ਵਾਦ ਘਾਟ ਹੋਤ ਹੈ। ਇਹ ਜਿਹੜੀਆਂ એનર્ਜੀਆਂ ਕੁਦਰਤ ਨੇ ਪੈਦਾ ਕੀਤੀਆਂ ਨੇ, ਤੁਸੀਂ ਇਹਨਾਂ ਨੂੰ ਨਾ ਖਤਮ ਕਰ ਸਕਦੇ ਹੋ, ਨਾ ਇਹਨਾਂ ਨੂੰ ਪੈਦਾ ਕਰ ਸਕਦੇ ਹੋ ਆਪਣੇ ਸਰੀਰ ਦੀ ਮਰਜ਼ੀ ਨਾਲ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਹੁਣ ਮਨ ਜਿਹੜਾ એનર્ਜੀਆਂ ਨੂੰ ਕਰਦਾ ਕੀ ਹੈ? એનર્ਜੀ ਦਾ ਜਿਹੜਾ ਸਿਧਾਂਤ ਹੈ ਤੁਸੀਂ ਕਨਵਰਟ ਕਰ ਸਕਦੇ ਹੋ। ਮਨ ਜਦੋਂ ਗੁਰੂ ਨੂੰ ਸਮਰਪਿਤ ਕਰ ਦਿੱਤਾ ਤਾਂ ਮਨ ਨੇ ਇਹਨਾਂ ਵਿਕਾਰਾਂ ਨੂੰ ਕਨਵਰਟ ਕੀਤਾ। ਉਹਨੇ ਕਾਮ ਰਸ ਨੂੰ ਨਾਮ ਰਸ 'ਚ ਕਨਵਰਟ ਕੀਤਾ। ਉਹਨੇ ਜਿਹੜਾ ਲੋਭ ਸੀ ਮਨੁੱਖ ਦਾ ਉਹਨੂੰ ਗੁਰੂ ਚਰਨਾਂ ਦੇ ਪਿਆਰ 'ਚ ਕੰਪਲੀਟ ਕਰ ਦਿੱਤਾ। ਉਹਨੇ ਜਿਹੜਾ ਮਨੁੱਖ ਦਾ ਹੰਕਾਰ ਸੀਗਾ ਉਸ ਨੂੰ ਪਿਆਰ ਦੇ ਵਿੱਚ ਤਬਦੀਲ ਕਰ ਦਿੱਤਾ। ਦਰਅਸਲ ਇਹ ਕਨਵਰਸ਼ਨ ਆਫ ਜਿਹੜੀ એનર્ਜੀ ਹੈ ਇਹ ਹੁੰਦੀ ਹੀ ਉਦੋਂ ਆ ਜਦੋਂ ਮਨ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਮਨੁੱਖ ਸਰੀਰਕ ਤੌਰ ਤੇ ਜੇ ਕਹੇ ਕਿ ਇਹਨਾਂ ਕਿਰਿਆਵਾਂ ਤੇ ਕਾਬੂ ਕਰ ਸਕੇ, ਜਿੰਨਾ ਚਿਰ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਮਨ ਵੇਚੇ ਸਤਿਗੁਰ ਕੇ ਪਾਸ, ਮਨ ਨੂੰ ਗੁਰੂ ਦੇ ਅੱਗੇ ਸਮਰਪਣ ਕਰਨ ਤੋਂ ਪਹਿਲਾਂ ਮਨੁੱਖ ਆਪਣੇ ਹੀਲਿਆਂ ਦੇ ਨਾਲ ਇਹਨਾਂ ਅਵਸਥਾਵਾਂ ਤੇ ਕਾਬੂ ਨਹੀਂ ਕਰ ਸਕਦਾ। ਮਤਲਬ ਜੇ ਆਪਾਂ
ਦੇਖੀਏ ਕਿ ਇਹ ਜਿਹੜੀਆਂ ਪੰਜ ਜਿਹੜੀਆਂ ਸ਼ਕਤੀਆਂ ਆ ਜੀ ਔਰ ਜਿਹੜੀਆਂ ਪੰਜੇ ਸ਼ਕਤੀਆਂ ਆ ਇਹਨਾਂ ਦਾ ਕੰਟਰੋਲ ਜਿਹੜਾ ਉਹ ਮਨ ਦੇ ਕੋਲ ਆ ਬਿਲਕੁਲ ਜੀ ਤੇ ਮਨ ਜਿਹੜਾ ਆ ਉਹਨੂੰ ਕਾਬੂ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਬਿਲਕੁਲ ਜੀ ਤਾਂ ਕਿ ਮਨ ਜਿਹੜਾ ਆ ਬਿਲਕੁਲ ਉਹ ਆਤਮਾ ਦੇ ਅਧੀਨ ਚੱਲ ਜਾਵੇ ਬਿਲਕੁਲ ਜੀ ਤੇ ਜਦੋਂ ਆਤਮਾ ਦੇ ਅਧੀਨ ਚੱਲ ਜਾਊਗਾ ਜਦੋਂ ਉਹ ਰਾਜੇ ਨੂੰ ਤੁਸੀਂ ਫੜ ਲਿਆ ਤੇ ਰਾਜ ਤਾਂ ਆਟੋਮੈਟਿਕ ਤੁਹਾਡਾ ਮਨ ਹੋ ਰਾਜਾ ਸੁਲਤਾਨ ਬਿਲਕੁਲ। ਰਾਜ ਤਾਂ ਤੁਹਾਡਾ ਹੋ ਹੀ ਜਾਣਾ ਬਿਲਕੁਲ। ਤੁਹਾਡਾ ਕਬਜ਼ਾ ਹੋ ਜਾਣਾ ਤੇ ਰਾਜੇ ਨੂੰ ਫੜ ਲਿਆ ਤੇ ਅਸੀਂ ਜਿਹੜਾ ਰਾਜੇ ਨੂੰ ਫੜਨ ਦੀ ਕੋਸ਼ਿਸ਼ ਘੱਟ ਕਰਦੇ ਆ ਪਬਲਿਕ ਨੂੰ ਜ਼ਿਆਦਾ ਮਾਰਦੇ ਆ ਬਿਲਕੁਲ ਕਿਉਂਕਿ ਜਿਹੜੀ ਮਨ ਦੇ ਕਰਕੇ ਅਸਲ ਵਿੱਚ ਅਸੀਂ ਇਦਾਂ ਹੀ ਕਰਦੇ ਨਾ ਬਿਲਕੁਲ ਬਿਲਕੁਲ ਜਿਹੜੀ ਮਨ ਜੀਤੇ ਜਗ ਜੀਤ ਦੀ ਜਿਹੜੀ ਅਵਸਥਾ ਹੈ ਉਹੀ ਹੈ। ਦੇਖੋ ਗੁਰੂ ਨਾਨਕ ਦੇਵ ਜੀ ਤਾਂ ਕਿੰਨੇ ਕਿੰਨੇ ਤਗੜੇ ਤਗੜੇ ਸਿਧਾਂਤ ਆ ਉਹਨਾਂ ਨੇ ਉਧਰ ਨੂੰ ਗਏ ਨਹੀਂ ਬਿਲਕੁਲ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਨਹੀਂ ਇਹ ਜਨਤਾ ਮਾਰਨ ਤੱਕ ਗਏ ਨਹੀਂ ਉਧਰ ਨੂੰ ਸੋਚਿਆ ਨਹੀਂ ਉਹਨਾਂ ਨੇ ਜਿਹੜੇ ਬੰਦੇ ਉਸ ਸਮੇਂ ਜਿਹੜੀਆਂ ਚਾਰ ਉਦਾਸੀਆਂ ਕੀਤੀਆਂ ਉਹਨਾਂ ਬੰਦਿਆਂ ਕੋਲ ਗਏ ਆ ਜਿਹੜੇ ਜਨਤਾ ਨੂੰ ਚਲਾ ਰਹੇ ਸੀ ਬਿਲਕੁਲ ਜਿਹੜੇ ਜਨਤਾ ਨੂੰ ਮਾਰ ਰਹੇ ਸੀ ਚਾਹੇ ਉਹ ਕੋਡਾ ਰਾਜ ਸੀਗਾ ਚਾਹੇ ਉਹ ਸੱਜੇ ਟੱਕ ਸੀ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਨੂੰ ਕੀ ਵਾਸਤਾ ਸੀ ਗੁਰੂ ਨਾਨਕ ਦੇਵ ਜੀ ਆਪ ਨਾਲ ਆਰਾਮ ਨਾਲ ਡੇਰਾ ਬਣਾ ਕੇ ਉੱਥੇ ਸਿੱਖੀ ਚਲਾ ਸਕਦੇ ਸੀ ਵਧੀਆ ਸੀਗਾ ਪਰ ਉਹਨਾਂ ਬੰਦਿਆਂ ਕੋਲ ਗਏ ਜਿਹੜੇ ਕੱਚੇ ਖਾ ਜਾਂਦੇ ਸੀ ਬੰਦਿਆਂ ਨੂੰ ਬਿਲਕੁਲ ਕਿਉਂ ਕਿਉਂਕਿ ਬੰਦਿਆਂ ਨੂੰ ਕਾਬੂ ਕੀਤਾ ਸੀ ਉਹਨਾਂ ਨੇ ਵਿਕਾਰਾਂ ਨੇ ਬੰਦੇ ਉਹਨਾਂ ਕੋਲ ਡਰਦੇ ਸੀਗੇ ਜਾਂ ਬ੍ਰਾਹਮਣ ਜਿਹੜੇ ਸੀਗੇ ਜਿਨ੍ਹਾਂ ਨੇ ਆਪਣਾ ਡਰ ਤੇ ਭੌ ਬਣਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਸੀਗਾ ਰੱਬ ਦੇ ਨਾਂ ਪਾਸੇ ਜਾਣ ਹੀ ਨਹੀਂ ਸੀ ਦਿੰਦੇ ਜਾਂ ਉਹ ਮੌਲਵੀ ਜਿਹੜੇ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਡਰਾ ਕੇ ਆਪਣੇ ਕਬਜ਼ੇ ਵਿੱਚ ਰੱਖਿਆ ਸੀ ਤੇ ਗੁਰੂ ਨਾਨਕ ਦੇਵ ਜੀ ਉੱਥੇ ਗਏ ਤੇ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਸ਼ੈਤਾਨੀ ਮਨ ਸੀਗਾ ਜਿਹੜੇ ਉਹਨਾਂ ਦੇ ਤਰੀਕੇ ਸੇ ਗਲਤ ਉਹਨਾਂ ਦੇ ਤੇ ਸੱਟ ਮਾਰੀ ਉਹਨਾਂ ਨੇ ਚਾਹੇ ਉਹ ਮੌਲਵੀ ਸੀਗੇ ਚਾਹੇ ਬ੍ਰਾਹਮਣ ਸੀਗੇ ਚਾਹੇ ਉਹ ਸਿੱਧਨਾਥ ਸੀਗੇ ਜਿੱਥੇ ਪਹਾੜਾਂ ਦੇ ਵਿੱਚ ਲੁਕੇ ਸੀ ਜਿੱਥੇ ਵੀ ਸੀਗੇ ਜਿਹੜੇ ਉਹ ਸਮਾਜ ਨੂੰ ਚਲਾ ਰਹੇ ਸੀ ਉਸ ਸਮੇਂ ਉਹਨਾਂ ਨੇ ਉੱਥੇ ਜਾ ਕੇ ਸੱਟ ਮਾਰੀ ਬਿਲਕੁਲ ਜੀ ਕਿਉਂਕਿ ਪਾਤਸ਼ਾਹ ਨੇ ਜਿਹੜਾ ਮਨ ਜੀਤੇ ਜਗ ਜੀਤ ਦਾ ਸਿਧਾਂਤ ਸੀ ਨਾ ਉਹਨਾਂ ਦੇ ਹਿਰਦੇ 'ਚ ਵਸਾ ਦਿੱਤਾ ਕਿਉਂਕਿ ਸੱਜਣ ਮੈਂ ਕਈ ਵਾਰੀ ਅਕਸਰ ਗੱਲ ਕਰਦਾ ਕਿ ਸੱਜਣ ਸਾਡੀ ਮਾਨਸਿਕਤਾ ਨੂੰ ਠੱਗ ਕਹਿ ਰਹੀ ਹੈ ਉਹ ਤਾਂ ਗੁਰੂ ਦੇ ਚਰਨਾਂ ਨੂੰ ਲੱਗ ਕੇ ਉਦੋਂ ਭਾਈ ਬਣ ਗਿਆ ਕਿਉਂਕਿ ਜਦੋਂ ਗੁਰੂ ਨੇ ਇਹ ਦੱਸਤਾ ਨਾ ਕਿ ਤੇਰੇ ਜਿਹੜਾ ਸਰੀਰ 'ਚ ਮਨ ਹੈ ਨਾ ਜਿਹੜਾ ਕੰਟਰੋਲ ਕਰ ਰਿਹਾ ਕਿ ਕੋਠੇ ਮੰਡਪ ਮਾੜੀਆਂ ਬਾਹਰੋਂ ਚਿਤਵੀਆਂ ਜਿਹੜੇ ਬਾਹਰੀ ਸ਼ਿੰਗਾਰਾਂ ਦਾ ਧਿਆਨ ਕਰ ਰਿਹਾ ਨਾ ਢੱਠੀਆਂ ਕੰਮ ਨਾ ਆਵਣੀ ਅੰਦਰੋਂ ਸਖਣੀਆਂ ਜਿਹੜਾ ਉਹ ਮਨ ਦਾ ਗਿਆਨ ਹੈ ਨਾ ਜਦੋਂ ਉਹ ਇਹ ਦੱਸ ਦਿੱਤਾ ਕਿ ਮਨ ਜਿਹੜਾ ਇਹੀ ਸਮਰਪਿਤ ਕੀਤਿਆਂ ਤੂੰ ਵਿਕਾਰਾਂ ਤੇ ਕਾਬੂ ਪਾ ਸਕਦਾ ਤੂੰ ਠੱਗ ਫਰਾਦ ਨੂੰ ਛੱਡ ਸਕਦਾ ਅੱਜ ਮੇਰੇ ਖਿਆਲ ਦੇ ਨਾਲ ਅਸੀਂ ਤਾਂ ਮਨ ਜੀਤੇ ਜਗ ਜੀਤ ਦੀ ਅਵਸਥਾ ਤੋਂ ਕੋਹਾਂ ਦੂਰ ਆ ਪਰ ਸਾਡੇ ਵਾਸਤੇ ਸੱਜਣ ਠੱਗ ਹੈ ਅੱਜ ਵੀ ਸਾਡੀ ਭਾਸ਼ਾ ਦੇ ਵਿੱਚ ਸੋ ਗੁਰੂ ਪਾਤਸ਼ਾਹ ਨੇ ਜਿਹੜੀ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਚਾਹੇ ਉਹ ਕਾਜ਼ੀਆਂ ਦੇ ਕੋਲ ਗਏ ਮੁਲਾਣਿਆਂ ਦੇ ਕੋਲ ਗਏ ਬ੍ਰਾਹਮਣਾਂ ਦੇ ਕੋਲ ਗਏ ਜੋਗੀਆਂ ਦੇ ਕੋਲ ਨਾਥਾਂ ਦੇ ਕੋਲ ਗੋਰਖਪੰਥੀਆਂ ਦੇ ਕੋਲ ਜਿੱਥੇ ਵੀ ਗਏ ਨੇ ਦਰਅਸਲ ਗੁਰੂ ਪਾਤਸ਼ਾਹ ਨੇ ਹਰ ਥਾਂ ਤੇ ਉਹਨਾਂ ਨੇ ਸਿੱਧਾ ਨੂੰ ਕੀ ਕਿਹਾ ਭਾਂਡਾ ਧੋਏ ਨਾ ਜਾਚਿਓ ਮਨ ਦਾ ਭਾਂਡਾ ਧੋਏ ਨਾ ਜਾਤਿਓ ਭਾਵੇਂ ਕੋ ਚੱਜੇ ਫੁੱਲ ਛੜਾਈ ਕਿ ਹਰ ਥਾਂ ਤੇ ਗੱਲ ਹੀ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਇਹੀ ਸਿਧਾਂਤ ਸੀਗਾ ਕਿ ਜਿਹੜਾ ਮਨ ਹੈ ਜੇ ਗੁਰੂ ਦੀ ਕਿਰਪਾ ਦੇ ਉੱਪਰ ਉਹਦੇ ਮਾਰਗ ਤੇ ਤੁਰ ਪਵੇ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਮਨ ਆਤਮਾ ਦੇ ਸਦਕਾ ਹੈ ਤੇ ਆਤਮਾ ਜਿਹੜੀ ਹੈ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਆਤਮਾ ਜਿਹੜਾ ਪਰਮਾਤਮਾ ਦਾ ਤੰਤ ਹੈ ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਖੋਜਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਦੇਵ ਜੀ ਕੋਲ ਕਿਹੜੀ ਐਡੀ ਤਾਕਤ ਸੀ ਜਿਹਦੇ ਨਾਲ ਇੰਨੇ ਕਠੋਰ ਮਨ ਜਿਹੜੇ ਸੀਗੇ ਜੀ ਜਿਹੜੇ ਜਿੰਦੇ ਬੰਦੇ ਨੂੰ ਖਾ ਜਾਂਦੇ ਆ ਤੇ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ ਲੋਕਾਂ ਨੂੰ ਉਹਨਾਂ ਨੇ ਆਪਣੇ ਜਾਲ ਵਿੱਚ ਫਸਾ ਕੇ ਤੇ ਆਪਣੇ ਮਗਰ ਲਾਇਆ ਤੇ ਇੱਥੇ ਤੱਕ ਵੀ ਸੁਣ ਕੇ ਹੈਰਾਨ ਰਹਿ ਜਾਂਦੇ ਤੁਸੀਂ ਵੀ ਸੁਣਾਇਆ ਸੀਗਾ ਕਿ ਉਹ ਕਿਹੜੀ ਜਗ੍ਹਾ ਤੇ ਬ੍ਰਾਹਮਣ ਸੀਗੇ ਤੇ ਉੱਥੇ ਜਾ ਕੇ ਆਰੇ ਨਾਲ ਬੰਦੇ ਨੂੰ ਚਰਾਉਂਦੇ ਸੀ ਬੰਦਾ ਖੁਸ਼ੀ ਦੇ ਨਾਲ ਜਾ ਕੇ ਚੀਰਨ ਨੂੰ ਤਿਆਰ ਆ ਸਾਰੀ ਜਾਇਦਾਦ ਉਹਨਾਂ ਨੂੰ ਬ੍ਰਾਹਮਣ ਨੂੰ ਦੇੜ ਮੇਰੀ ਸਾਰੀ ਜਾਇਦਾਦ ਮੈਨੂੰ ਜਿਹੜਾ ਰੱਬ ਸਵਰਗਾਂ 'ਚ ਲੈ ਸਵਰਗਾਂ ਦੇ ਵਿੱਚ ਜਾਣ ਵਾਸਤੇ ਆਪਣੇ ਆਪ ਨੂੰ ਜੀਦੇ ਨੂੰ ਆਰੇ 'ਚ ਲੈ ਕਿੰਨਾ ਨੇਰ ਜਿਹੜਾ ਆ ਉਹ ਸਾਡੇ ਕਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਬ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਨੀਹਾਂ ਵਿੱਚ ਨਾ ਜਾ ਰਹੇ ਕਿਤੇ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੇ ਕਦੇ ਕਿਸੇ ਨੂੰ ਦੁੱਖ ਦਿੱਤਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਔਰ ਦੁੱਖ ਤਾਂ ਦੇਣ ਦੀ ਗੱਲ ਕੀ ਆ ਸਾਡੇ ਵਾਸਤੇ ਅੰਮ੍ਰਿਤ ਰੂਪੀ ਬਾਣੀ ਜਿਹੜੀ ਆ ਉਹਦਾ ਜਹਾਜ਼ ਬਣਾ ਕੇ ਸਾਨੂੰ ਸਾਰਿਆਂ ਨੂੰ ਦਿੱਤਾ ਜਿਹੜਾ ਮਰਜ਼ੀ ਚੜ੍ਹ ਜਾਓ ਇਹ ਵੀ ਨਹੀਂ ਕਿਹਾ ਤੂੰ ਨਹੀਂ ਚੜ੍ਹਨਾ ਤੂੰ ਚੜ੍ਹ ਕਿਸੇ ਨੇ ਕਿਹਾ ਜਿਹੜਾ ਮਰਜ਼ੀ ਆ ਕੇ ਉਹ ਜਹਾਜ਼ 'ਚ ਚੜ੍ਹ ਜਾਓ ਤੇ ਇਹ ਭਵ ਸਕਤ ਪਾਰ ਅਸੀਂ ਤਾਂ ਉਹਨਾਂ ਨੂੰ ਵੀ ਤਤੀ ਤਵੀ ਦੇ ਉੱਤੇ ਬਿਠਾ ਦਿੱਤਾ ਉਹਨਾਂ ਨੂੰ ਵੀ ਸ਼ਹੀਦ ਕਰਕੇ ਰੱਖਤਾ ਉਹਨਾਂ ਦੇ ਤਤੀ ਦੇਤਾ ਪਾਤੀ ਉਹਨਾਂ ਧਰਮ ਦੇ ਨਾਂ ਸਮਝ ਨਾ ਜਿਹੜੀ ਨਾਨਕ ਸਾਹਿਬ ਦੀ ਤਾਕਤ ਦੀ ਗੱਲ ਹੈ ਮੈਨੂੰ ਲੱਗਦਾ ਕਿਤੇ ਵਿੱਚ ਰਹਿ ਨਾ ਜਾਈਏ ਦਰਅਸਲ ਬਿਲਕੁਲ ਸੰਸਾਰ ਨੂੰ ਜਿੱਤਣ ਦਾ ਤਰੀਕਾ ਵੀ ਦੱਸਿਆ ਮਨ ਤੇ ਕਾਬੂ ਕਰਕੇ ਜਿੱਤਿਆ ਜਿਹੜਾ ਸ਼ਬਦ ਜਿੱਤੀ ਸਿੱਧ ਮੰਡਲੀ
ਜੋ ਉਹ ਗੁਫਤਾਰ ਹੈ, ਉਹ ਜਿਹੜਾ ਸ਼ਬਦ ਹੈ, ਉਹ ਉਸ ਕਰਕੇ ਹੈ ਕਿਉਂਕਿ ਆਪ ਨਾਰਾਇਣ ਕਲਾ ਧਰ ਜਗ ਮੇਂ ਪਰਵਰਿਓ। ਉਸ ਜੋਤ ਦਾ ਵਿਕਾਸ ਇੰਨਾ ਹੈ, ਅਨਹਦ ਨਾਦ ਇੰਨਾ ਹੈ, ਵਿਸਮਾਦ ਇੰਨਾ ਹੈ ਕਿ ਉਹ ਜਿਹੜੀ ਜੋਤ ਹੈ ਉਹ ਆਪਣੇ ਸ਼ਬਦਾਂ ਦੇ ਨਾਲ, ਗੁਫਤਾਰ ਦੇ ਨਾਲ ਗੁਨਾਸਾਂ ਨੇ ਕਿਤੇ ਤਲਵਾਰ ਤਾਂ ਚੁੱਕੀ ਨਹੀਂ। ਉਹ ਸ਼ਬਦਾਂ ਦੇ ਪਿਆਰ ਦੇ ਵਿੱਚ ਹੀ ਸੰਗਤ ਨੂੰ ਉਹ ਜਿਹੜਾ ਮਨ ਦੀ ਅਵਸਥਾ, ਉਹਨਾਂ ਦੀ ਚੇਤਨਤਾ ਦੇ ਰਹੇ ਨੇ। ਔਰ ਵੇਖੋ ਇੱਕ ਵੱਖਰਾ ਸਿਧਾਂਤ ਹੈ ਜਿਹੜਾ ਤੁਸੀਂ ਪਹਿਲੀ ਗੱਲ ਕਹੀ ਸੀ, ਵੱਖਰਾ ਸਿਧਾਂਤ ਇਹ ਹੈ ਕਿ ਦੁਨੀਆ ਦੇ ਲੋਕ ਅੱਜ ਵੀ ਜੋ ਕੁਝ ਸਾਡੇ ਸਮਾਜ 'ਚ ਹੋ ਰਿਹਾ ਹੈ, ਜਾਂ ਤਾਂ ਕੋਈ ਬਹੁਤੀ ਮਾਇਆ ਵਾਲੇ ਦੇ ਕੋਲ ਜਾਂਦਾ ਹੈ ਤੇ ਜਾਂ ਕੋਈ ਬਹੁਤੀ ਤਾਕਤ ਵਾਲੇ ਦੇ ਕੋਲ ਜਾਂਦਾ ਹੈ। ਪਰ ਇਸ ਸਿਧਾਂਤ ਨੂੰ ਜਨਮ ਦੇਣਾ ਕਿ ਦੁਰਮਤ ਦੇਖ ਦਿਆਲ ਹੋਏ, ਕਿਤੇ ਲਾਲੋ ਗਰੀਬ ਦੇ ਕੋਲ ਜਾਣਾ, ਜਾਂ ਫਿਰ ਕਿਤੇ ਕੌਡੇ ਰਾਖਸ਼ ਦੇ ਕੋਲ ਜਾਣਾ, ਜਾਂ ਕਿਤੇ ਸੱਜਣ ਦੇ ਕੋਲ ਜਾਣਾ, ਪਰ ਜੇ ਕਿਤੇ ਮਲਕ ਭਾਗੋ ਦੇ ਕੋਲ ਜਾਣਾ ਤੇ ਉਹਨੂੰ ਵੀ ਉਹਦਾ ਸ਼ੀਸ਼ਾ ਵਿਖਾਉਣ ਵਾਸਤੇ ਜਾਣਾ। ਇਹ ਜਿਹੜੀ ਸੀ ਜੁਰਤ, ਇਹ ਜਿਹੜਾ ਸ਼ਬਦ ਦਾ ਕਮਾਲ ਸੀ, ਇਹ ਗੁਰੂ ਪਾਤਸ਼ਾਹ ਦਾ ਜਿਹੜਾ ਸੀਗਾ ਇੱਕ ਅਗੰਮੀ ਬਖਸ਼ਿਸ਼ ਕਹਿ ਸਕਦੇ ਸਾਡੀ ਕੌਮੀਅਤ ਉੱਪਰ, ਜਿਹਨੂੰ ਅਜੇ ਤੱਕ ਹੀ ਸਮਝ ਨਹੀਂ ਸਕੇ। ਔਰ ਇਸ ਮਨ ਦੀਆਂ ਵਸਤੂਆਂ ਨੇ, ਹੁਣ ਸਾਇੰਸ ਇਸ ਗੱਲ ਤੇ ਆ ਕੇ ਟਿਕ ਗਈ ਹੈ, ਕਹਿੰਦੀ ਕਿ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਮਾਈਕਰੋਸਕੋਪਿਕ ਨੇ, ਇੱਕ ਟੈਲੀਸਕੋਪਿਕ ਨੇ। ਇੱਕ ਉਹ ਚੀਜ਼ਾਂ ਜਿਹੜੀਆਂ ਬਹੁਤ ਦੂਰ ਹੈ, ਉਹ ਵੀ ਅੱਖ ਨਾਲ ਨਹੀਂ ਵੇਖੀਆਂ ਜਾ ਸਕਦੀਆਂ, ਤੇ ਅੱਖ ਦੇ ਵਿੱਚ ਪਏ ਕਿਣਕੇ ਨੂੰ ਵੀ ਤੁਸੀਂ ਆਪਣੀ ਅੱਖ ਨਾਲ ਨਹੀਂ ਵੇਖ ਸਕਦੇ। ਜਿਹੜਾ ਬਹੁਤ ਨੇੜੇ ਹੈ ਉਹ ਵੀ ਤੁਸੀਂ ਆਪਣੀ ਨਜ਼ਰ ਦੇ ਦਾਇਰੇ 'ਚ ਨਹੀਂ ਲੈ ਸਕਦੇ, ਜਿਹੜਾ ਬਹੁਤ ਦੂਰ ਹੈ ਉਹਨੂੰ ਵੀ ਨਜ਼ਰ ਦੇ ਦਾਇਰੇ 'ਚ ਨਹੀਂ ਲੈ ਸਕਦੇ। ਸੋ ਇੱਕ ਨੂੰ ਅਸੀਂ ਨਾਂ ਦੇ ਦਿੱਤਾ ਮਾਈਕਰੋਸਕੋਪਿਕ, ਇੱਕ ਨੂੰ ਨਾਂ ਦਿੱਤਾ ਟੈਲੀਸਕੋਪ। ਸਾਇੰਸ ਨੇ ਕਿਹਾ ਕਿ ਦੂਰ ਦੀ ਚੀਜ਼ ਨੂੰ ਵੇਖਣਾ ਤੁਸੀਂ ਟੈਲੀਸਕੋਪ ਵਰਤ ਲਓ, ਬਹੁਤ ਨੇੜੇ ਨੂੰ ਵੇਖਣਾ ਤੁਸੀਂ ਮਾਈਕਰੋਸਕੋਪ ਵਰਤ ਲਓ। ਹੁਣ ਗੁਰੂ ਪਾਤਸ਼ਾਹ ਦਾ ਜਿਹੜਾ ਵਿਚਾਰਧਾਰਕ ਮਨ ਦੇ ਕਰਕੇ ਵਿਜ਼ਨ ਹੈ, ਉਹ ਮਾਈਕਰੋਸਕੋਪਿਕ ਵੀ ਹੈ, ਟੈਲੀਸਕੋਪਿਕ ਵੀ ਹੈ। ਜੇ ਉਹ ਮਨ ਦੀਆਂ ਅਵਸਥਾਵਾਂ ਬਿਆਨ ਕਰਦੇ ਨੇ ਤੇ ਤਾਂ ਸ਼ਬਦ ਜਗਤ ਨੂੰ ਜਿੱਤਣ ਦੀ ਗੱਲ ਕਰਦੇ ਨੇ, ਤੇ ਜੇ ਜਗਤ ਦੇ ਪਸਾਰੇ ਦੀ ਗੱਲ ਕਰਦੇ ਨੇ ਤੇ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਦੇ ਦਿੰਦੇ ਨੇ। ਜੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਵਿਚਾਰੀਏ ਜੀ ਕਿ ਗੁਰੂ ਨਾਨਕ ਦੇਵ ਜੀ ਕੋਲ ਕਿਹੜੀ ਐਡੀ ਤਾਕਤ ਸੀਗੀ ਕਿ ਉਹ ਇਦਾਂ ਦੇ ਬੰਦਿਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੇ ਸੀ, ਜਾਂ ਇਦਾਂ ਦੇ ਬੰਦਿਆਂ ਦੇ ਕੋਲ ਜਾਣ ਤੋਂ ਖੌਫ ਨਹੀਂ ਸੀ ਖਾਂਦੇ, ਜਿਨ੍ਹਾਂ ਕੋਲ ਬੰਦਾ ਆਮ ਵੀ ਜਾਂਦਾ ਡਰਦਾ ਸੀ। ਕਿਉਂ ਜਿਹੜੇ ਕੱਚੇ ਬੰਦੇ ਨੂੰ ਖਾ ਜਾਂਦੇ, ਉਹਨਾਂ ਨੂੰ ਗੁਨਾਹ ਕਰਦੇ ਜਿਹਨੂੰ ਖਾ ਲੈਣਾ ਤਾਂ ਸਭ ਵਧੀਆ ਹੋਣਾ ਸੀ ਉਹਨਾਂ ਦਾ ਸਿਸਟਮ, ਉਹ ਖਾ ਸਕਦੇ ਸੀ। ਜਿਹੜੇ ਆਮ ਬੰਦੇ ਨੂੰ ਖਾ ਸਕਦੇ, ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਖਾ ਸਕਦੇ ਸੀ, ਕੀ ਫਰਕ ਸੀ? ਪਰ ਗੁਰੂ ਨਾਨਕ ਦੇਵ ਜੀ ਨੇ ਖੌਫ ਨਹੀਂ ਕੀਤਾ, ਉਹਨਾਂ ਕੋਲ ਵੀ ਗਏ, ਔਰ ਜਾ ਕੇ ਕੱਲੇ ਇਹ ਨਹੀਂ ਉੱਥੇ ਗਏ, ਜਿਹੜੀ ਉਹਨਾਂ ਦੀ ਸਦੀਆਂ ਦੀ ਵਿਚਾਰਧਾਰਾ ਸੀ ਉੱਥੇ ਸੱਟ ਮਾਰੀ ਆ, ਉਹਨਾਂ ਨੇ ਚਪੇੜ ਮਾਰੀ ਆ, ਬਿਲਕੁਲ ਉਹਨੂੰ ਭੰਨਿਆ ਆ। ਅੱਜ ਤੁਸੀਂ ਕਿਸੇ ਬੱਚਾ ਕੋਈ ਇੱਧਰ ਨੂੰ ਜਾ ਰਿਹਾ, ਉਹਨੂੰ ਕਹੇ ਪੁੱਤ ਇੱਧਰ ਨੂੰ ਨਹੀਂ ਜਾਣਾ ਤੇ ਇੱਧਰ ਨੂੰ ਜਾਣਾ, ਤਾਂ ਉਹ ਤੁਹਾਡੇ ਅੱਖ 'ਚ ਨਹੀਂ ਲੱਗਦਾ। ਬਹੁਤ ਔਖਾ ਰੋਕਣਾ। ਕਈ ਵਾਰੀ ਆਪਣੇ ਆਪ ਨੂੰ ਜੋ ਤੁਸੀਂ ਕਿਸੇ ਪਾਸੇ ਜਾ ਰਹੇ, ਆਪਣੇ ਆਪ ਨੂੰ ਪਤਾ ਵੀ ਹੋਵੇ ਵੀ ਇੱਧਰ ਗਲਤ ਆ, ਤਾਂ ਉਹਨੂੰ ਆਪਣੇ ਆਪ ਨੂੰ ਰੋਕਣਾ ਬਹੁਤ ਔਖਾ ਹੋ ਜਾਂਦਾ। ਵੀ ਜਿਹੜਾ ਸਦੀਆਂ ਤੋਂ ਚੱਲ ਰਿਹਾ, ਸਦੀਆਂ ਤੋਂ ਇਹ ਕੰਮ ਕਰ ਰਿਹਾ ਇਨਸਾਨ, ਔਰ ਜਿਹਦਾ ਜੀਵਨ ਹੈ, ਜਿਹਦੇ ਨਾਲ 100 200 400 500 1000 ਬੰਦਾ ਉਹਦੇ ਹੁਕਮ ਦੇ ਵਿੱਚ ਵੱਜਾ ਆ, ਉਸ ਬੰਦੇ ਨੂੰ ਤੁਸੀਂ ਜਾ ਕੇ ਉਹਨਾਂ ਦੇ ਸਾਹਮਣੇ ਕਹੋ ਵੀ ਤੂੰ ਇਹ ਜੋ ਕਰ ਰਿਹਾ ਗਲਤ ਕਰ ਰਿਹਾ, ਬਹੁਤ ਵੱਡੀ ਗੱਲ ਆ। ਬਿਲਕੁਲ ਅੱਜ ਕੱਲ ਕਿਸੇ ਬੰਦੇ ਨੂੰ ਕਹਿਣਾ ਹੋਵੇ, ਉਹ ਕਹਿੰਦਾ ਮੈਨੂੰ ਇਕੱਲੇ ਨੂੰ ਕਹਿ ਲੈਣਾ ਸੀ ਯਾਰ। ਬਿਲਕੁਲ ਮੈਨੂੰ 4 ਭਰਾ ਮੇਰੇ ਬੈਠੇ ਸੀ, ਉਹਨਾਂ ਦੇ ਸਾਹਮਣੇ ਇਹ ਗੱਲ ਆਖੀ ਹੈ, ਜੇ ਤੂੰ ਮੈਨੂੰ ਮਾੜੀ ਜਿਹੀ ਗੱਲ ਕਹਿਣੀ ਤਾਂ ਮੈਨੂੰ ਕਮਰੇ 'ਚ ਵੜ ਕੇ ਕਹਿ ਦਿੰਦਾ, ਮੇਰੀ ਬੜੀ ਬੇਇੱਜ਼ਤੀ ਹੋਈ। ਤੇ ਕੋਈ ਬਰਦਾਸ਼ਤ ਨਹੀਂ ਕਰਦਾ। ਤੇ ਜਿਹਦੇ ਥੱਲੇ ਕਿੰਨੇ ਪਿੰਡ ਆਉਂਦੇ ਹੋਣ, ਰਾਜਾ ਉਹਦਾ ਹੁਕਮ ਮੰਨਦਾ ਹੋਵੇ, ਉਹਨੂੰ ਜਾ ਕੇ ਗੁਰੂ ਨਾਨਕ ਦੇਵ ਜੀ ਕਹਿਣ ਤੇ ਜੋਤ ਰੱਖਣ, ਉਹ ਜੋਤ ਕਿੱਥੋਂ ਆਈ? ਗੁਰੂ ਨਾਨਕ ਦੇਵ ਜੀ ਆਪਣੇ ਨਾਲ ਕਾਫਲਾ ਤਾਂ ਲਈ ਨਹੀਂ ਸੀ ਫਿਰਦੇ, ਉਹਨਾਂ ਦੇ ਨਾਲ ਅੱਜ ਦੇ ਸਮੇਂ ਦੇ ਨਾਲ ਕੋਈ ਬੰਦੂਕਾਂ ਵਾਲੇ ਨਹੀਂ ਸੀਗੇ, ਸਟੇਨ ਗਨਾਂ ਵਾਲੇ ਨਹੀਂ ਸੀਗੇ। ਬਿਲਕੁਲ। ਤੇ ਸੋਚਣਾ ਪਊਗਾ ਕਿ ਗੁਰੂ ਨਾਨਕ ਦੇਵ ਜੀ ਕੋਲ ਕਿਹੜੀ ਤਾਕਤ ਸੀ, ਤੋਂ ਪ੍ਰਤੱਖ ਦਿਖਾਈ ਹੈ ਉਹਨਾਂ ਨੇ। ਬਿਲਕੁਲ, ਉਹਦਾ ਗਿਆਨ ਦਾ ਪ੍ਰਕਾਸ਼ ਹੈ, ਪ੍ਰਤੱਖ ਹੋਇਆ। ਜਦੋਂ ਬਲੀ ਕੰਧਾਰੀ ਦੇ ਕੋਲ ਗਏ ਆ, ਮਰਦਾਨਾ ਜੀ ਨੂੰ ਪਿਆਸ ਲੱਗੀ ਆ, ਗੁਰੂ ਨਾਨਕ ਦੇਵ ਜੀ ਉੱਥੋਂ ਵੀ ਉਸੇ ਟਾਈਮ ਹੀ ਪਾਣੀ ਕੱਢ ਕੇ ਦੇ ਸਕਦੇ ਸੀਗੇ, ਤਾਕਤ ਤਾਂ ਉਹਨਾਂ ਕੋਲ ਸੀਗੀ। ਪਰ ਉਹ ਗੁਰੂ ਨਾਨਕ ਦੇਵ ਜੀ ਨੇ ਉਹ ਕਿਹੜੀ ਤਾਕਤ ਸੀ ਜਿਸ ਕਰਕੇ ਜਾਂਦੇ ਸੀ, ਉਹ ਪ੍ਰਤੱਖ ਕਰਕੇ ਉਹਨਾਂ ਨੇ ਦਿਖਾ ਲਈ। ਮਰਦਾਨਾ ਜਾ ਬਲੀ ਕੰਧਾਰੀ ਕੋਲ ਜਾ, ਉੱਥੋਂ ਪਾਣੀ ਲੈ। ਉਹਨੇ ਨੇ ਕਿਹਾ ਨਹੀਂ ਦੇਣਾ, ਤੇਰਾ ਗੁਰੂ ਆ, ਤੇ ਉਹਨੂੰ ਕਿਹਾ ਤੈਨੂੰ ਪਾਣੀ ਪਿਲਾ ਦੇਵੇ। ਤੇ ਮਰਦਾਨਾ ਅਸੀਂ ਉੱਥੇ ਸ਼ਾਇਦ ਤੁਸੀਂ ਗਏ ਜਾਂ ਨਹੀਂ, ਮੈਂ ਉੱਥੇ ਦਰਸ਼ਨ ਕਰਕੇ ਆਇਆ। ਉਹ 5-6 ਕਿਲੋਮੀਟਰ ਦਾ ਸਫ਼ਰ ਹੈ ਪਹਾੜੀ ਦੇ ਉੱਤੇ, ਮੂਲੀ ਜੀ ਗੱਲ ਨਹੀਂ ਕੀ ਵੀ ਜਾ ਕੇ ਉੱਥੋਂ ਬੂਹਾ ਖੋਲੇ ਤੇ ਨਾਲ ਦੇ ਕਮਰੇ ਚਲੇ ਗਏ। ਪਿਆਸ ਲੱਗੀ ਹੋਵੇ, ਗਰਮੀਆਂ ਦੇ ਦਿਨ ਹੋਣ, ਤੇ ਦੂਏ ਪਾਸੇ ਦੇਖੋ ਮਰਦਾਨਾ ਜੀ ਨੇ ਚੂੰ ਨਹੀਂ ਕੀਤੀ, ਭੁੱਖਾ ਤੇ ਆਇਆ। ਫਿਰ ਗੁਰੂ ਦਾ ਹੁਕਮ ਮੰਨ ਕੇ ਉੱਥੇ ਗਏ ਤੇ ਕਿਹਾ ਅੱਲਾ ਦਾ ਨਾਮ ਲੈ ਕੇ, ਅੱਲਾ ਦੇ ਵਾਸਤੇ ਦੇ ਪਾਣੀ ਪਿਲਾ ਦੇ। ਪਾਣੀ ਤਾਂ ਅੱਲਾ ਦਾ, ਤੇਰਾ ਨਹੀਂ ਗਾ। ਉਹਨੇ ਕਿੱਥੇ ਪਹਾੜ ਦੇ ਵਿੱਚ ਜਾ ਕੇ ਚਸ਼ਮਾ ਉਗਾਇਆ ਤੇ ਪਿਲਾ ਦੇ। ਫਿਰ ਉਹਨਾਂ ਨੂੰ ਮੋੜਤਾ, ਤੀਸਰੀ ਵਾਰੀ ਫਿਰ ਮੇੜਿਆ,
ਤੇ ਤੀਸਰੀ ਵਾਰੀ ਜਾ ਤੇ ਮੈਂ ਮਰਦਾ ਜਾਣਾ, ਕਿਰਪਾ ਕਰ ਰੱਬ ਦੇ ਨਾਂ ਤੇ ਜਿੱਦਾਂ ਮਰਜੀ ਤੇ ਤੂੰ ਮੈਨੂੰ 2 ਘੁੱਟ ਪਾਣੀ ਤੇ ਪਿਲਾ ਦੇ। ਪਰ ਨਹੀਂ ਪਿਲਾਇਆ। ਉਹ ਜਿਹੜੀ ਤਾਕਤ ਆ ਨਿਮਰਤਾ ਵਾਲੀ, ਗਰੀਬੀ ਵਾਲੀ, ਜਿਹੜੀ ਸਾਨੂੰ ਗੁਰੂ ਨਾਨਕ ਦੇਵ ਜੀ ਸਿਖਾਈ, ਉਹ ਚਸ਼ਮਾ ਪਹਿਲਾਂ ਵੀ ਉਕਾਰ ਸਕਦੇ ਸੀ। ਉਸ ਤਾਕਤ ਦੇ ਵਿੱਚੋਂ ਜੋ ਜਵਾਲਾਮੁਖੀ ਪੈਦਾ ਹੁੰਦਾ, ਉਹਦੇ ਨਾਲ ਉਹ ਜਿਹੜਾ ਹੰਕਾਰ ਆ ਉਹ ਟੁੱਟਦਾ। ਤੇ ਜਦੋਂ ਅਖੀਰਲੀ ਵਾਰੀ ਵੀ ਪਾਣੀ ਨਹੀਂ ਦਿੱਤਾ ਤੇ ਗੁਰਦਾਸ ਦੇਵ ਜੀ ਨੇ ਕਿਹਾ 7 ਕਰਤਾਰ ਦਾ ਨਾਂ ਲੈ ਤੇ ਆ ਪੱਥਰ ਨੂੰ ਪਰੇ ਕਰ ਦੇ। ਤੇ ਉਹਨਾਂ ਨੇ 7 ਕਰਤਾਰ ਦਾ ਨਾਂ ਲਿਆ ਤੇ ਪੱਥਰ ਕੀਤਾ, ਤੇ ਉਹ ਚਸ਼ਮਾ ਜਿਹੜਾ ਉੱਥੇ ਵਗਦਾ ਪਿਆ ਸੀ, ਉੱਥੇ ਵੀ ਉਹਦੇ ਭਾਣੇ 'ਚ ਵਗਦਾ ਪਿਆ ਸੀਗਾ, ਇੱਥੇ ਵੀ ਉਹਦੇ ਭਾਣੇ 'ਚ ਵਗਦਾ ਪਿਆ। ਇਹ ਤੂੰ ਤੁਸੀਂ ਤੂੰ ਆ। ਉੱਥੇ ਵੀ ਉਹ ਤੂੰ ਵਰਤਦਾ ਸੀਗਾ, ਇੱਥੇ ਵੀ ਤੂੰ ਹੀ ਵਰਤਣਾ ਤਾਂ ਹੋਣਾ ਹੀ ਆ। ਪਰ ਜਦੋਂ ਸਾਡੇ ਕੋਲ ਮਾੜੀ ਜਿਹੀ ਤਾਕਤ ਆ ਜਾਂਦੀ, ਅਸੀਂ ਉਹ ਤੂੰ ਦੀ ਤਾਕਤ ਨੂੰ ਭੁੱਲ ਜਾਂਦੇ ਹਾਂ, ਹੰਕਾਰੀ ਹੋ ਜਾਂਦੇ। ਅਸੀਂ ਕਹਿੰਦੇ ਖਰਾ ਮੇਰੇ ਕਰਕੇ ਹੋ ਰਿਹਾ, ਪਰ ਮੇਰੇ ਕਰਕੇ ਨਹੀਂ ਹੋ ਰਿਹਾ, ਉਹਦੇ ਕਰਕੇ। ਪਰ ਉਹਨੇ ਸਾਨੂੰ ਉਹ ਮਾਣ ਵਡਿਆਈ ਦਿੱਤੀ ਹੈ, ਬਖਸ਼ਿਸ਼ ਕੀਤੀ ਆ, ਤੇ ਉਹਨੇ ਸਾਨੂੰ ਇਹ ਤਾਕਤ ਦਿੱਤੀ, ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਪਰ ਗੁਰੂ ਨਾਨਕ ਦੇਵ ਜੀ ਕੋਲ ਉਹ ਖਜ਼ਾਨਾ ਸੀ। ਕਈ ਵਾਰੀ ਅਸੀਂ ਕਥਾ ਸੁਣੀਆਂ, ਢਾਡੀ ਵਾਰਾਂ ਵੀ ਕਹਿੰਦੇ ਹੁੰਦੇ ਆ ਕਿ ਗੁਰੂ ਨਾਨਕ ਦੇਵ ਜੀ ਕੋਲ ਖਜ਼ਾਨਾ ਸੀ, ਉਹ ਗਰੀਬੀ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਤੋਂ ਲੈ ਕੇ ਆਏ ਸੀ। ਉਹ ਗਰੀਬੀ ਦੇਖੋ, ਨਾ ਗਰੀਬੀ ਆ ਪਰ ਉਹਦੇ ਵਿੱਚ ਤਾਕਤ ਕਿੰਨੀ ਆ। ਨਾ ਗਰੀਬੀ ਆ, ਤਾਕਤ ਉਹਦੇ ਵਿੱਚ ਕਿੰਨੀ ਆ। ਕਿਤੇ ਸਿੱਧਾ ਬੈਠਿਆ, ਕਿਤੇ ਪਰਬਤਾਂ ਤੇ ਜਾ ਕੇ ਜਿੱਥੇ ਆਮ ਬੰਦਾ ਜਾ ਹੀ ਨਹੀਂ ਸਕਦਾ, ਕਿੰਨੇ ਹਜ਼ਾਰਾਂ ਸਾਲ ਦੀ ਉਮਰ ਆ, ਤੇ ਛੋਟੀ ਉਮਰ ਦੇ ਵਿੱਚ ਉੱਥੇ ਜਾ ਕੇ ਸਿੱਧਾ ਨੇ, ਜਿੱਦਾਂ ਤੁਸੀਂ ਦੱਸਿਆ ਸੀਗਾ, ਤੇ ਸਿੱਧਾ ਨੇ ਪੁੱਛਿਆ ਬਾਲੇ ਤੂੰ ਇੱਥੇ ਕਿੱਦਾਂ ਆ ਗਿਆ? ਕਹਾਂ ਸ਼ਕਤ ਤੁਹੇ ਇਹ ਲਿਆਈ, ਕਿਹੜੀ ਸ਼ਕਤੀ ਦੇ ਨਾਲ? ਕਿਹੜੀ ਸ਼ਕਤੀ ਲੈ? ਉਹ ਸਾਰੀ ਦੀ ਸਾਰੀ ਜਿਹੜੀ ਸੀਗੀ ਉਹ ਗਰੀਬੀ ਦੀ ਸ਼ਕਤੀ ਸੀ, ਜਿਹੜੀ ਉਹ ਨਿਮਰਤਾ ਦੀ ਸ਼ਕਤੀ ਸੀ, ਤੂੰ ਦੀ ਸ਼ਕਤੀ ਸੀ, ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਲੈ ਕੇ ਆਏ। ਤੇ ਗੁਰੂ ਨਾਨਕ ਦੇਵ ਜੀ ਨਾਲ ਜਦੋਂ ਉਹਨਾਂ ਦੇ ਵਿਚਾਰ ਹੁੰਦੇ ਆ, ਤੇ ਵਿਚਾਰਾਂ ਦੇ ਵਿੱਚ ਉਹ ਕਹਿੰਦੇ ਆ ਜਿਹੜੀ ਗੱਲ ਤੇ ਆਪਾਂ ਆਉਣਾ, ਪਰ ਜਦੋਂ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਸਾਰੇ ਤਰੀਕੇ ਵਰਤ ਕੇ ਦੇ ਰਹੇ, ਵਸ ਨਹੀਂ ਚੱਲਦਾ, ਤੇ ਅਖੀਰ ਦੇ ਵਿੱਚ ਉਹਨਾਂ ਨੂੰ ਇਹ ਕਹਿਣਾ ਪੈਂਦਾ ਕਿ ਤੇਰਾ ਗੁਰੂ ਕੌਣ ਹੈ? ਕੌਣ ਗੁਰੂ, ਕਿਸ ਕਾ ਤੂੰ ਚੇਲਾ? ਤੂੰ ਕਿਹੜਾ ਚੇਲਾ ਹੈ? ਕਿਉਂ ਉੱਥੇ ਉਹਨਾਂ ਨੂੰ ਗੁਰੂ ਚੇਲਿਆਂ ਦੇ ਨਾਲ ਸਮਝ ਆਉਂਦੀ ਹੈ, ਉਹਨਾਂ ਨੂੰ ਬਾਕੀ ਕੁਦਰਤ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਗੁਰੂ ਦੀ ਬਖਸ਼ਿਸ਼ ਕੀ ਹੁੰਦੀ ਹੈ। ਉਹ ਹਜੇ ਤੱਕ ਆਪਣਾ ਸਾਰੇ ਦਾ ਸਾਰਾ ਹਜ਼ਾਰਾਂ ਸਾਲਾਂ ਦਾ ਜੀਵਨ ਗੁਰੂ ਦੇ ਚੇਲੇ ਦੇ ਹਿਸਾਬ ਨਾਲ ਚੱਲੀ ਜਾਂਦੇ ਆ। ਜਿਹੜਾ ਚੇਲਾ ਉਹ ਹਜ਼ਾਰਾਂ ਸਾਲ ਤੋਂ ਚੇਲੇ ਤੁਰਿਆ ਆਉਂਦਾ, ਤੇ ਜਿਹੜਾ ਗੁਰੂ ਆ ਲੱਖਾਂ ਸਾਲਾਂ ਤੋਂ ਉਹ ਆਪਣਾ ਗੁਰੂ ਦੇ ਹਿਸਾਬ ਨਾਲ ਚੱਲਿਆ ਆਉਂਦਾ। ਉਹ ਗੁਰੂ ਮਰ ਜਾਂਦਾ ਤੇ ਜਿਹੜਾ ਦੂਸਰਾ ਚੇਲਾ ਹੁੰਦਾ, ਉਹਨਾਂ ਵਿੱਚ ਜਿਹੜਾ ਤਕੜਾ ਹੁੰਦਾ ਉਹ ਗੁਰੂ ਬਣ ਜਾਂਦਾ ਹੋਊਗਾ। ਇਹ ਤਾਂ ਗੁਰਸਿੱਖੀ ਦਾ ਸਿਧਾਂਤ ਹੈ, ਆਪਾਂ ਬਾਅਦ 'ਚ ਗੱਲ ਕਰਾਂਗੇ। ਤੇ ਜਿੱਥੇ ਗੁਰੂ ਜਿਹੜਾ ਉਹ ਚੇਲੇ ਦੇ ਚਰਨਾਂ ਤੇ ਆ ਕੇ ਪੈ ਗਿਆ, ਤੇ ਚੇਲੇ ਨੂੰ ਉਹਨਾਂ ਨੇ ਗੁਰੂ ਬਣਾ ਦਿੱਤਾ। ਇਹ ਤਾਂ ਗੁਰੂ ਨਾਨਕ ਦੇਵ ਜੀ ਸਥਾਨ। ਤੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਗੱਲ ਆਖੀ, ਸ਼ਬਦ ਗੁਰੂ ਸੁਰਤ ਤੋਂ ਚੇਲਾ, ਸੁਰਤ ਤੋਂ ਚੇਲਾ। ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ ਹੈ। ਤੇ ਸ਼ਬਦ ਜਿਹੜਾ ਆ ਉਹ ਮੇਰਾ ਗੁਰੂ ਆ। ਸੁਰਤ ਤੋਂ ਦੀ ਜਿਹੜੀ ਗੱਲ ਆਈ ਆ, ਇੱਥੇ ਮਨ ਦੀ ਗੱਲ ਆਉਂਦੀ ਆ। ਬਿਲਕੁਲ। ਉਹ ਜਿਹੜਾ ਮਨ ਨੂੰ ਕਾਬੂ ਵਿੱਚ ਕੀਤਾ ਨਾ, ਉਹ 5 ਸ਼ਕਤੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਸ ਵਿੱਚ ਕੀਤਾ, ਕਾਬੂ 'ਚ ਕੀਤਾ। ਉਹ ਸੁਰਤ ਧੁਨ ਦੀ ਗੱਲ ਆ। ਬਿਲਕੁਲ। ਤੇ ਸੁਰਤ ਦੇ ਧੁਨ ਦੇ ਨਾਲ ਤੁਸੀਂ ਆਪਣਾ ਜਿਹੜਾ ਸ਼ਬਦ ਗੁਰੂ ਆ ਉਹ ਤੇ ਵਰਤਾਇਆ, ਜਿਹਦੇ ਨਾਲ ਉਹ 5 ਤਾਕਤਾਂ ਜਿਹੜੀਆਂ ਉਹ ਤੁਹਾਡੇ ਵਸ ਵਿੱਚ ਆ ਗਈਆਂ। ਹੁਣ ਉਹ ਤੁਹਾਡੀ ਕਮਾਂਡ ਵਿੱਚ ਆ। ਬਿਲਕੁਲ। ਹੁਣ ਉਹ ਤੁਹਾਡੀ ਕਮਾਂਡ ਵਿੱਚ ਆ। ਤੇ ਜਿਹਨੂੰ 5 ਦੀ ਸ਼ਕਤੀ ਤੁਹਾਡੇ ਕਮਾਂਡ ਵਿੱਚ ਆ ਜਾਏ, ਜਿਹੜੀਆਂ ਉਹ ਸ਼ਕਤੀਆਂ ਜਿਹੜਾ ਸਾਰਾ ਸੰਸਾਰ ਚਲਾ ਰਹੀਆਂ, ਤੇ ਤੁਸੀਂ ਤਾਕਤਵਰ ਤਾਂ ਆਪੇ ਹੋ। ਪੰਜੇ ਪੱਤੇ ਮਹਾਬਲੀ ਤੁਹਾਡੇ ਵਾਸਤੇ ਨੇ, ਤੁਸੀਂ ਤਾਕਤਵਰ ਤਾਂ ਆਪੇ ਹੋਗੇ। ਜਿਹੜੀਆਂ ਤਾਕਤਾਂ ਕਾਮ, ਕ੍ਰੋਧ, ਲੋਭ, ਹੰਕਾਰ, ਇਹੀ ਤਾਕਤਾਂ ਸੰਸਾਰ ਨੂੰ ਚਲਾ ਰਹੀ। ਬਿਲਕੁਲ। ਹੋਰ ਕੋਈ ਤਾਕਤ ਨਹੀਂ, ਇਹਨਾਂ ਵਿੱਚੋਂ ਹੀ ਸਾਰਾ ਕੁਝ ਪੈਦਾ ਹੁੰਦਾ। ਜੇ ਕਾਮ ਆਇਆ, ਜੇ ਕਾਮ ਨਾ ਹੁੰਦਾ ਤਾਂ ਸਾਡਾ ਜਨਮ ਨਹੀਂ ਸੀ ਹੁੰਦਾ। ਸਾਡਾ ਜਨਮ ਨਹੀਂ ਸੀ ਹੁੰਦਾ। ਭਾਵੇਂ ਉਹ ਸੂਖਮ ਜਿੱਦਾਂ ਮਰਜ਼ੀ ਲਾ ਲਓ, ਉਹ ਤਾਕਤਾਂ ਸਾਡੇ ਕੋਲ ਆਈਆਂ। ਪਰ ਉਹਨਾਂ ਤਾਕਤਾਂ ਨੂੰ ਸ਼ਬਦ ਦੇ ਥਰੂ ਗੁਰੂ ਨਾਨਕ ਦੇਵ ਜੀ ਨੇ ਵਸਤ ਕਰ ਲਿਆ, ਕਨਵਰਟ ਕਰਕੇ। ਤੇ ਜਦੋਂ ਉਹਨਾਂ ਦੇ ਵਸ ਵਿੱਚ ਹੋ ਗਈਆਂ, ਤੇ ਫਿਰ ਉਹਨਾਂ ਨੂੰ ਜਿੱਤਣ ਵਾਲਾ ਕੌਣ ਸੀਗਾ? ਤੇ ਉਹਨਾਂ ਨੂੰ ਕਹਿਣਾ ਪਿਆ ਮਨ ਜੀਤੇ ਜਗਜੀਤ। ਜਿਹਨੇ ਮਨ ਨੂੰ ਜਿੱਤ ਲਿਆ, ਜਿੱਤਣ ਦੀ ਗੱਲ ਕੀਤੀ ਆ ਉਹਨਾਂ ਨੇ ਵੀ ਇਹਨਾਂ ਨੂੰ ਜਿੱਤਣਾ ਹੈ। ਤੇ ਜਿੱਤਣ ਵਾਸਤੇ ਸ਼ਬਦ ਦੀ ਲੋੜ ਹੈ। ਤੇ ਸ਼ਬਦ ਜਿਹੜਾ ਆ ਉਹੋ ਹੀ ਆ ਸ਼ਬਦ ਜਿਹੜਾ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਤੋਂ ਲੈ ਕੇ ਆਏ। ਉਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਅੱਜ ਦਿੱਤਾ। ਅੱਜ ਉਹੀ ਸ਼ਬਦ, ਹੋਰ ਨਹੀਂ ਗਾ। ਇਹ ਨਹੀਂ ਗਾ ਕਿ ਗੁਰੂ ਨਾਨਕ ਦੇਵ ਜੀ ਸ਼ਬਦ ਹੋਰ ਲੈ ਕੇ ਆਏ ਸੀ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਰ ਹੈ। ਨਹੀਂ। ਤੇ ਦੇਖੋ ਕਿੱਡੀ ਵਿਲੱਖਣਤਾ ਵਾਲੀ ਗੱਲ ਆ
ਕਿ ਉਹ ਸ਼ਬਦ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਆਏ, ਉਹ ਸ਼ਬਦ ਭਗਤਾਂ ਦੇ ਰੂਪ ਵਿੱਚ, ਭਗਤਾਂ ਦੀ ਰਸਨਾ ਦੇ ਉੱਤੋਂ ਵੀ ਨਿਕਲਿਆ, ਬਿਲਕੁਲ ਗੁਰੂ ਸਾਹਿਬਾਨ ਦੀ ਰਸਨਾ ਤੋਂ ਵੀ ਨਿਕਲਿਆ, ਸਿੱਖਾਂ ਦੀ ਰਸਨਾ ਤੋਂ ਵੀ ਨਿਕਲਿਆ। ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਆ ਕੇ ਇੱਕ ਐਸਾ ਤਾਕਤ ਬਣ ਗਈ, ਐਡੀ ਸ਼ਕਤੀ ਬਣ ਗਈ ਕਿ ਜਿਹਦਾ ਕੋਈ ਅੰਤ ਹੀ ਨਹੀਂ। ਬਿਲਕੁਲ ਬਿਲਕੁਲ ਜੀ, ਸ਼ਬਦ ਦਾ ਹੀ ਪ੍ਰਕਾਸ਼। ਔਰ ਉਹ ਤੋਂ ਲੈ ਕੇ ਸ਼ਕਤੀ ਜਿਹੜਾ ਮਰਜ਼ੀ ਮਨੁੱਖ ਆਪਣਾ ਜੀਵਨ ਵੀ ਸਫਲ ਕਰ ਸਕਦਾ, ਜੋ ਮਰਜ਼ੀ ਚਾਹੇ, ਪਰ ਸਾਡਾ ਵਿਸ਼ਵਾਸ ਉੱਥੇ ਨਹੀਂ ਵੱਧਦਾ ਪਿਆ। ਦੁੱਖ ਵਾਲੀ ਗੱਲ ਆ, ਅਸੀਂ ਭਟਕਦੇ ਫਿਰਦੇ, ਕਦੀ ਕਿਸੇ ਡੇਰੇ 'ਚ, ਕਦੇ ਕਿਸੇ ਡੇਰੇ 'ਚ, ਕਦੇ ਕਿਸੇ ਕਬਰ ਦੇ ਉੱਤੇ, ਕਦੀ ਕਿਸੇ ਕਬਰ ਦੇ ਉੱਤੇ, ਕਦੀ ਕਿਸੇ ਸੱਪ ਦੀ ਖੁੱਡ ਦੇ ਬੁਰੇ ਜਾ ਕੇ ਦੁੱਧ ਪਾਉਂਦੇ ਆ, ਦੀਵਾ ਜਗਾਉਂਦੇ ਆ, ਕਦੀ ਕਿਸੇ ਹੋਰ ਮੜੀ ਮਸਾਨ ਤੇ ਜਾਂਦੇ ਆ, ਪਰ ਜਿੱਥੋਂ ਸ਼ਕਤੀ ਮਿਲਣੀ ਉਦੋਂ ਨੂੰ ਨਹੀਂ ਸੀ ਜਾਂਦੇ। ਕਿਉਂਕਿ ਅਸੀਂ ਜੇ ਉਹਦਾ ਦੇਖੀਏ ਤੇ ਜਿਹੜੀ ਮਨ ਦੇ ਚੱਕਰ ਦੇ ਵਿੱਚ ਅਸੀਂ ਜ਼ਿਆਦਾ ਫਸੇ ਆ, ਪਰ ਜਿਹੜੀ ਮਨ ਨੂੰ ਕਾਬੂ ਕਰਨ ਵਾਲੀ ਚੀਜ਼ ਆ ਉਦੋਂ ਨੂੰ ਸਾਡਾ ਧਿਆਨ, ਉਹ ਸ਼ਬਦ ਹੈ ਕੇਵਲ, ਸ਼ਬਦ ਤੋਂ ਬਿਨਾਂ ਕਾਬੂ ਨਹੀਂ ਕਰ ਸਕਦੇ। ਉਹ ਤੋਂ ਸਾਡਾ ਧਿਆਨ ਨਹੀਂ ਜਾਂਦਾ, ਪਰ ਜਿੱਥੇ ਮਨ ਸਾਨੂੰ ਲੈ ਕੇ ਜਾਂਦਾ ਅਸੀਂ ਉਧਰ ਨੂੰ। ਕਿਉਂਕਿ ਜਿਹੜਾ ਸੰਸਾਰ ਦੇ ਵਿੱਚ ਵਿਕਾਰਾਂ ਦੀ ਪ੍ਰਕਿਰਿਆ ਦੇ ਵਿੱਚ ਜਿੰਨੇ ਵੀ ਬਾਕੀ ਮਤ ਹੋਏ ਨੇ, ਉਹਨਾਂ ਨੇ ਜ਼ੋਰ ਦਿੱਤਾ ਕਿ ਤੁਸੀਂ ਪਹਾੜਾਂ 'ਚ ਜਾ ਕੇ ਮਨ ਤੇ ਕਾਬੂ ਪਾਓ, ਵਿਕਾਰਾਂ ਤੇ ਕਾਬੂ ਪਾਓ, ਪਰ ਘਰ ਹੀ ਬੈਠਿਆਂ ਯੋਗ ਪਾਈਏ। ਜਿਹੜਾ ਗੁਰ ਸਤਿਗੁਰ ਕੇ ਉਪਦੇਸ਼ ਦੀ ਗੱਲ ਸੀ, ਸ਼ਬਦ ਦੇ ਸਦਕਾ ਇਸ ਹਿਰਦੇ ਦੇ ਵਿੱਚ ਮਨ ਦੇ ਨਿਵਾਸ ਰਹਿੰਦੇ ਹੀ ਮਨ ਦਾ ਵਿਕਾਰਾਂ ਤੇ ਹਾਵੀ ਹੋ ਜਾਣਾ ਤੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਉਹਨਾਂ ਵਿਕਾਰਾਂ ਨੂੰ ਨਾਮ ਰਸ 'ਚ ਬਦਲ ਦੇਣਾ। ਇਹੀ ਸ਼ਬਦ ਦੀ ਜਿਹੜੀ ਦੇਖੋ ਆ ਭਾਈ ਸਾਹਿਬ ਦੀ ਗੱਲ ਤੋਂ ਮੈਨੂੰ ਗੱਲ ਚੇਤੇ ਆ ਗਈ। ਪਰ ਹੁਣ ਤੁਸੀਂ ਅੱਗ ਇੱਥੇ ਲੱਗੀ ਆ, ਅੱਗ ਤੋਂ ਬਚਣਾ ਆ ਜਾਂ ਅੱਗ ਤੇ ਕਾਬੂ ਪਾਉਣਾ ਹੈ, ਤੇ ਕਾਬੂ ਪਾਉਣ ਦੀ ਬਜਾਏ ਮੈਂ ਇੱਥੋਂ ਆਪਣੀ ਕਾਰ ਚੱਕਾਂ ਤੇ 10 ਕਿਲੋਮੀਟਰ ਤੇ ਜਾ ਕੇ ਬਹਿ ਜਾਵਾਂ, ਅੱਗ ਤਾਂ ਹੈਗੀ ਆ, ਕਾਬੂ ਥੋੜੀ ਪਾ ਲਿਆ। ਮੈਂ ਆਪਣਾ ਬਚਾ ਕੇ ਉੱਥੇ ਮੈਂ ਬੈਠਾ, ਡਰਦਾ ਉੱਥੇ ਬੈਠਾ, ਕਾਬੂ ਕਾਹਦਾ ਪਾ ਲਿਆ? ਗੱਲ ਤਾਂ ਉੱਥੇ ਕਾਬੂ ਪਾਉਣ ਦੀ ਗੱਲ। ਜੇ ਕ੍ਰੋਧ ਤੇ ਕਾਬੂ ਪਾਉਣਾ ਤੇ ਆਪਣੇ ਬਾਕੀ ਸਾਥੀਆਂ ਨੂੰ ਛੱਡਤਾ, ਵੀ ਸਾਥੀ ਮਿਲਣਗੇ ਤਾਂ ਕ੍ਰੋਧ ਆਊਗਾ ਨਾ। ਕੋਈ ਤੁਹਾਨੂੰ ਤੋਂ ਵੱਧ ਘੱਟ ਗੱਲ ਕਰੂ ਤਾਂ ਤੁਹਾਨੂੰ ਗੁੱਸਾ ਆਊਗਾ, ਤੁਹਾਨੂੰ ਕ੍ਰੋਧ ਆਊਗਾ। ਤੇ ਕਿਸੇ ਨੂੰ ਮਿਲੇ ਨਾ ਜਾ ਕੇ ਪਹਾੜਾਂ ਤੇ ਝੁੱਗੀ ਪਾਣ ਕੇ ਬਹਿ ਜਾਓ ਤੇ ਕਹਿ ਲਓ ਮੈਂ ਜੀ ਕ੍ਰੋਧ ਤੇ ਕਾਬੂ ਪਾ ਲਿਆ। ਤੇ ਕਾਮ ਤੇ ਮੈਂ ਇਸਤਰੀ ਸਾਡੇ ਸਾਹਮਣੇ ਨਾ ਆਵੇ, ਇਸਤਰੀ ਜੇ ਹੋਵੇ ਤਾਂ ਉਹਦੇ ਸਿਰ ਮੂੰਹ ਦੇ ਉੱਤੇ ਕੱਪੜਾ ਪਾਇਆ ਹੋਵੇ, ਇਸਤਰੀ ਦਿਸਣੀ ਨਹੀਂ ਚਾਹੀਦੀ, ਤੇ ਬਾਅਦ ਚ ਕਹਿੰਦੇ ਮੈਂ ਕਾਮ ਤੇ ਕਾਬੂ ਪਾ ਲਿਆ। ਹੈ ਕੋਈ ਗੱਲਾਂ ਕਰਨ ਵਾਲੀ? ਮਨ ਤੇ ਪਰਦਾ ਪੈ ਗਿਆ ਤੁਹਾਡੇ, ਕਾਮ ਤੇ ਕਾਬੂ ਨਹੀਂ ਪਿਆ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਸਾਰਾ ਕੁਝ ਜਿਹੜਾ ਆ ਉਹ ਮਨ ਨੂੰ ਕਾਬੂ 'ਚ ਕਰਕੇ ਦੱਸਿਆ, ਮਨ ਤੇ ਕਾਬੂ ਪਾ ਕੇ ਦੱਸਿਆ, ਤੇ ਸ਼ਬਦ ਦੀ ਓੜ ਦੇ ਆਸਰੇ ਦੇ ਨਾਲ ਇਹ ਸਾਰਾ ਕੁਝ ਕੀਤਾ। ਤੇ ਸ਼ਬਦ ਜਿਹੜਾ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਜਿਹੜਾ ਸਾਡੇ ਹਾਜ਼ਰ ਨਾਜ਼ਰ ਆ। ਪਰ ਸਾਨੂੰ ਸਮਝਣ ਦੀ ਲੋੜ ਆ, ਸਾਨੂੰ ਥੋੜਾ ਜਿਹਾ ਆਪਣੇ ਮਨ ਦੇ ਪਰਦੇ ਨੂੰ ਖੋਲ੍ਹਣ ਦੀ ਲੋੜ ਆ, ਸਾਡੀ ਆਪਣੀ ਸੁਰਤੀ ਖੋਲ੍ਹਣ ਦੀ ਲੋੜ ਆ। ਤੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਸਾਡੇ ਕੋਲ ਕੁਝ ਮੰਗਦੇ ਨਹੀਂ, ਹਮੇਸ਼ਾ ਸਾਨੂੰ ਦਿੰਦਾ ਹੀ ਆ। ਉਹ ਦਿਆਲੂ ਆ, ਅਸੀਂ ਹਮੇਸ਼ਾ ਮੰਗਦੇ ਆ, ਪਰ ਸਾਨੂੰ ਉਹ ਤੇ ਮੰਗਣਾ ਨਹੀਂ ਆਉਂਦਾ। ਤੇ ਅਸੀਂ ਕੋਸ਼ਿਸ਼ ਕਰੀਏ ਕਿ ਬਾਕੀ ਦੇ ਜਿਹੜੇ ਭਰਮ ਭੁਲੇਖੇ ਹੈਗੇ ਆ, ਸਾਡੇ ਜਿਹੜੀਆਂ ਬੁਰਾਈਆਂ ਸਾਡੇ ਸਮਾਜ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਸਾਡੇ ਨੂੰ ਧੁੰਦਲਾ ਕਰਦੀਆਂ, ਸਾਨੂੰ ਖਰਾਬ ਕਰਦੀਆਂ, ਉਹਨਾਂ ਤੋਂ ਛੁਟਕਾਰਾ ਪਾ ਕੇ ਇੱਕ ਵਾਰੀ ਮਾੜਾ ਜਿਹਾ, ਬਾਹਲਾ ਨਹੀਂ, ਇੱਕ ਵਾਰੀ ਸ਼ੁਰੂ ਕਰਨ ਦੀ ਲੋੜ ਹੈ। ਬਿਲਕੁਲ ਇੱਕ ਕਦਮ ਤਾਂ ਅਸੀਂ ਉਸ ਪਾਸੇ ਨੂੰ ਥੋੜਾ ਪੁੱਟ ਕੇ ਦੇਖ ਲਈਏ ਵੀ ਹੋ ਸਕਦਾ, ਤੁਸੀਂ ਭਾਵੇਂ ਸਾਰਾ ਹੀ ਨਾ ਮੰਨੋ, ਇਹਨਾਂ ਕਰ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪਾਰ ਲਾ ਦੇਣ, ਤੇ ਹੋ ਸਕਦੇ ਨਾਲ ਇੱਕ ਵਾਰੀ ਕਦਮ ਪੁੱਟ ਕੇ ਦੇਖ ਲਈਏ। ਪਰ ਸਾਡੇ ਜਿਹੜੇ ਕਦਮ ਜਾਂਦੇ ਆ, ਸਿਰਫ ਅਸੀਂ ਆਪਣੇ ਦੁਨਿਆਵੀ ਰਸਮਾਂ ਪੂਰੀਆਂ ਕਰਨ ਗੁਰਦੁਆਰੇ ਜਾਈਦਾ, ਪਰ ਉਸ ਤਰੀਕੇ ਨਾਲ ਨਹੀਂ ਜਾਈਦਾ ਜਿਹੜੇ ਤਰੀਕੇ ਨਾਲ ਸਾਨੂੰ ਜਾਣਾ ਚਾਹੀਦਾ। ਗੁਰਸਿੱਖ ਬਣ ਕੇ ਨਹੀਂ ਜਾਂਦੇ ਅਸੀਂ। ਕੋਈ ਆਪਣੀ ਪ੍ਰਧਾਨਗੀ ਖਾਤਰ ਜਾਂਦਾ, ਕੋਈ ਪੁੱਤ ਲੈਣ ਜਾਂਦਾ, ਕੋਈ ਦੁੱਧ ਲੈਣ ਜਾਂਦਾ, ਕੋਈ ਨੌਕਰੀ ਲੈਣ ਜਾਂਦਾ, ਕੋਈ ਸਾਡੇ ਨੋਰਮਲ ਪੇਪਰ ਲੈਣ ਜਾਂਦਾ, ਸਮਝ ਨਾ। ਪਰ ਉਸ ਤਰੀਕੇ ਨਾਲ, ਜਿਹੜੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਜਾ ਕੇ ਢਹਿ ਪਓ, ਨਿਮਾਣਾ ਹੋ ਜਾਓ, ਖਤਮ ਕਰ ਲਓ ਆਪਣੇ ਆਪ ਨੂੰ। ਇਸੇ ਕਰਕੇ ਗੁਰੂ ਸਾਹਿਬ ਨੇ, ਜੋ ਮੈਂ ਸੋਚਦਾ ਹਾਂ ਨਾ, ਪਰ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਇਆ, ਤਾਂ ਉਸ ਤੋਂ ਪਹਿਲਾਂ ਜਿਹੜਾ ਸੀਸ ਮੰਗਿਆ ਉਹ ਪ੍ਰਕਿਰਿਆ ਹੀ ਹੈ ਕਿਸਮ ਦੀ। ਮਨ ਵੇਚੇ ਸਤਿਗੁਰ ਕੇ ਪਾਸ, ਤੇ ਆਪਣੀ ਜਿਹੜੀਆਂ ਮਨ ਦੀਆਂ ਸ਼ੈਤਾਨੀਆਂ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ, ਆਪਣੇ ਆਪ ਨੂੰ ਸਰੈਂਡਰ ਕਰਦੇ। ਇੰਨੀ ਗੱਲ ਤਾਂ ਨਹੀਂ ਹੈ ਨਾ। ਬਿਲਕੁਲ। ਮੈਨੂੰ ਲੱਗਦਾ ਉੱਥੇ ਵੀ ਅਸੀਂ ਕਈ ਵਾਰੀ ਬਹੁਤ ਜ਼ਿਆਦਾ ਧੋਖਾ ਕਰ ਜਾਂਦੇ ਆ। ਪੰਜਾਂ ਪਿਆਰਿਆਂ ਦੇ ਸਾਹਮਣੇ ਕਹਿੰਦੇ ਦੇਤਾ, ਦਿੰਦੇ ਹੁੰਦੇ ਕੁਛ ਨਹੀਂ ਗੇ, ਕਹਿੰਦੇ ਹੀ ਅਸੀਂ ਸੀਸ ਦੇਤਾ ਪਰ ਦਿੰਦੇ ਕਿੱਥੇ ਆ। ਉੱਥੇ ਸਾਡੀਆਂ ਹੁਜਤਾਂ ਸ਼ੁਰੂ ਹੋ ਜਾਂਦੀਆਂ, ਉੱਥੇ ਸਾਡਾ ਸਿਸਟਮ ਜਿਹੜਾ ਆ ਮੈਂ ਵਾਲਾ ਜਿਹੜਾ ਉਹ ਸਿਸਟਮ ਸ਼ੁਰੂ ਹੋ ਜਾਂਦਾ। ਵਾਹਿਗੁਰੂ ਸਾਨੂੰ ਸੋਝੀ ਦੇਵੇ। ਇਹ ਸਾਡਾ ਜਿਹੜਾ
ਇੱਥੇ ਦਾ ਜਿਹੜਾ ਜੀਵਨ ਆ ਉਹ ਵੀ ਸਫਲ ਹੋਵੇ। ਡਾਕਟਰ ਸਾਹਿਬ ਅਖੀਰ ਦੇ ਵਿੱਚ ਮੈਂ ਤੇ ਤੂੰ ਦੇ ਬਾਰੇ 1 ਮਿੰਟ ਵਾਸਤੇ ਤੁਸੀਂ 1 ਮਿੰਟ 'ਚ ਕੀ ਕਹਿਣਾ ਚਾਹੁੰਦੇ ਹੋ? ਸਿਰਫ ਇਹੀ ਅਸੀਂ ਜਿਹੜੀ ਅੱਜ ਵਿਚਾਰ ਕੀਤੀ ਹੈ, ਤੇ ਗੁਰੂ ਕਿਰਪਾ ਕਰੇ ਇਸ ਵਿਚਾਰ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਵਿੱਚ ਕਿਤੇ ਇਹ ਗੱਲ ਆ ਜਾਵੇ ਕਿ ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਹੋ, ਤੇ ਸ਼ਬਦ ਦੇ ਦਰਸ਼ਨ ਦੀ ਸੋਝੀ ਆ ਜਾਵੇ, ਤੇ ਫਿਰ ਉਹ ਜਿਹੜਾ ਮਨ ਆ ਉਸ ਆਤਮਿਕ ਤੇ ਪਰਮਾਤਮਾ ਦੇ ਉਸ ਆਤਮਿਕ ਜੀਵਨ ਦੇ ਰਾਹ ਤੇ ਤੁਰ ਸਕਦਾ ਹੈ। ਬਸ ਇੰਨੀ ਕੁ ਬੇਨਤੀ ਹੈ ਜੀ, ਕਿਤੇ ਮਨ ਦੇ ਵਿੱਚ ਉਹਦੇ ਦਰਸ਼ਨਾਂ ਦਾ ਵਿਰਾਗ ਜਾਗ ਹੋਵੇ। ਭਾਈ ਸਾਹਿਬ ਨੇ ਆਪਣੇ ਅਖੀਰ ਦੇ ਨਿਚੋੜ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਸਾਨੂੰ ਸ਼ਬਦ ਗੁਰੂ ਦੇ ਦਰਸ਼ਨ ਦਾ ਚਾਅ ਪੈਦਾ ਹੋ ਜੇ, ਤੇ ਸ਼ਬਦ ਗੁਰੂ ਦੇ ਦਰਸ਼ਨ ਜਿਹੜੇ ਆ ਉਹ ਸਿਰਫ ਅੱਖਾਂ ਦੇ ਨਾਲ ਦੇਖ ਲੈਣਾ ਨਹੀਂ ਕਿ ਅਸੀਂ ਜਾ ਕੇ ਰੁਮਾਲਾ ਚੱਕ ਕੇ ਤੇ ਅੱਖਾਂ ਦੇ ਨਾਲ ਦੇਖ ਲਿਆ ਤੇ ਸ਼ਬਦ ਗੁਰੂ ਦੇ ਦਰਸ਼ਨ ਹੋ ਗਏ। ਉਹ ਦਰਸ਼ਨ ਹੈ ਕਿ ਗੁਰੂ ਸਾਹਿਬ ਦੇ ਗੁਰਬਾਣੀ ਜਿਹੜੀ ਆ ਸ਼ਬਦ ਆ ਉਹਨਾਂ ਨੂੰ ਪੜ੍ਹਨਾ ਆ, ਉਹਨਾਂ ਨੂੰ ਸੁਣਨਾ ਆ, ਉਹਨਾਂ ਨੂੰ ਵਿਚਾਰਨਾ ਆ, ਤੇ ਉਹਦੇ ਉੱਤੇ ਆਪਣੇ ਜੀਵਨ ਨੂੰ ਚੱਲਣਾ ਆ। ਤੇ ਜਦੋਂ ਅਸੀਂ ਉਸ ਉੱਤੇ ਚੱਲਣ ਲੱਗ ਪਏ, ਅਸਲੀ ਦਰਸ਼ਨ ਜਿਹੜੇ ਆ ਸ਼ਬਦ ਗੁਰੂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹੀ ਆ। ਤੇ ਬਾਕੀ ਕਾਰਜ ਜਿਹੜੇ ਆ ਸਾਨੂੰ ਕਰਨ ਦੀ ਲੋੜ ਨਹੀਂ, ਬਾਕੀ ਕਾਰਜ ਗੁਰੂ ਆਪ ਕਰ ਲਏਗਾ, ਪਰ ਇੰਨਾ ਕਾਰਜ ਜਿਹੜਾ ਆ ਇਹ ਸਾਨੂੰ ਕਰਨਾ ਪੈਣਾ, ਇੰਨਾ ਕੁ ਸਾਡੀ ਜ਼ਿੰਮੇਵਾਰੀ ਦੇ ਹਿੱਸੇ ਆਉਂਦਾ। ਬਾਕੀ ਕਾਰਜ ਫਿਰ ਅਸੀਂ ਕਹਿ ਸਕਦੇ ਹਾਂ ਜੋ ਕੁਛ ਹੁੰਦਾ ਉਹਦੇ ਭਾਣੇ ਵਿੱਚ ਹੁੰਦਾ, ਪਰ ਇੰਨੀ ਕੁ ਜ਼ਿੰਮੇਵਾਰੀ ਸਾਡੀ ਜ਼ਰੂਰ ਬਣਦੀ ਆ। ਇਹ ਤੋਂ ਨਾ ਮੁਨਕ ਹੋਇਆ ਕਰੀਏ ਕਿ ਅਸੀਂ ਕਹਿੰਦੇ ਜੋ ਕੁਛ ਹੋ ਰਿਹਾ ਉਹਦੇ ਭਾਣੇ ਵਿੱਚ ਹੀ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਹ ਨਹੀਂ, ਪਰ ਇੰਨਾ ਕੁ ਕਾਰਜ ਜਿਹੜਾ ਆ ਇਹ ਸਾਨੂੰ ਮਨ ਜਾਣਦਾ, ਇੰਨਾ ਕੁ ਸਾਨੂੰ ਇੰਨਾ ਕੁ ਮਨ ਜਾਣਦਾ ਕਿ ਅਸੀਂ ਰਾਤ ਦਾ ਮਨ ਜਾਣਤ ਸਭ ਬਾਤ, ਇਹ ਜਾਣ ਬੁੱਝ ਕੇ ਨਾ ਦੇਖੀ ਨਾ ਕਰੀ। ਹਾਂ, ਇੰਨਾ ਕੁ ਸਾਨੂੰ ਕਹਿਣਾ ਪਊਗਾ ਕਿ ਇਹ ਕਦਮ ਸਾਨੂੰ ਉੱਥੇ ਚੱਲਣੇ ਪੈਣਗੇ। ਇਹ ਜਿਹੜਾ ਸਾਡੇ ਅੰਦਰ ਮੈਂ ਆ ਇਹਨੂੰ ਸਾਨੂੰ ਸਮਰਪਿਤ ਕਰਨਾ ਪੈਣਗਾ। ਗੁਰੂ ਸਾਹਿਬ ਨੇ ਹੱਥ ਪਾ ਕੇ ਨਹੀਂ ਕਰਨਾ। ਜਦੋਂ ਤੁਸੀਂ ਸਮਰਪਿਤ ਕਰਤਾ, ਬਾਕੀ ਕਾਰਜ ਜਿਹੜੇ ਆ ਉਹ ਸਾਰੇ ਗੁਰੂ ਸਾਹਿਬ ਨੇ ਕਰਨੇ ਆ। ਆਪਾਂ 1 ਮਿੰਟ ਲਈ ਸਿਮਰਨ ਕਰਦੇ ਆ ਸਾਰੇ ਜਾਣੇ। ਵਾਹਿਗੁਰੂ 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 ਵਾਹਿਗੁਰੂ। ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵੀ ਅਸੀਂ ਆਪ ਜੀ ਨਾਲ ਮਨ ਦੇ ਬਾਰੇ, ਗੁਰੂ ਮਹਾਰਾਜ ਦੀ ਸ਼ਕਤੀਆਂ ਬਾਰੇ, ਸ਼ਬਦ ਗੁਰੂ ਦੇ ਬਾਰੇ ਵਿਚਾਰ ਕਰ ਸਕੀਏ। ਤੂੰ ਹੀ ਤੂੰ ਦੇ ਵਿਚਾਰ ਕਰ ਜੇ। ਹੋ ਸਕਦਾ ਆਪ ਜੀ ਨੂੰ ਕੋਈ ਗੱਲ ਚੰਗੀ ਲੱਗੇ, ਜੇ ਕੋਈ ਚੰਗੀ ਲੱਗੇ ਤਾਂ ਆਪਣੇ ਕੋਲ ਰੱਖ ਲੈਣੀ, ਮਾੜੀ ਲੱਗੇ ਤੇ ਸਾਡੀ ਝੋਲੀ ਦੇ ਵਿੱਚ ਪਾ ਦੇਣੀ। ਤੇ ਦੇਖਣਾ ਨਾ ਭੁੱਲਣਾ ਇਹ ਜੋ ਪ੍ਰੋਗਰਾਮ ਹੈ ਤੂੰ ਹੀ ਤੂੰ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਬਖਸ਼ੇ, ਆਪ ਨੂੰ ਪਰਿਵਾਰਕ ਤੌਰ ਤੇ, ਸਮਾਜਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਰੱਖੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।